ਵਾਹਿਗੁਰੂ 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 ਵਾਹਿਗੁਰੂ। ਰਾਮ ਕਲੀ ਮਹੱਲਾ ਪੰਜਵਾ। ਤ੍ਰੈ ਗੁਣ ਰਹਿਤ ਰਹੈ ਨਿਰਾਰੀ, ਸਾਧਿਕ ਸਿੱਧ ਨਾ ਜਾਣੈ। ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜ਼ਾਨੈ। ਤ੍ਰੈ ਗੁਣ ਰਹਿਤ ਰਹੈ ਨਿਰਾਰੀ, ਸਾਧਿਕ ਸਿੱਧ ਨਾ ਜਾਣੈ। ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜ਼ਾਨੈ। ਅਚਰਜ ਕਿਛ ਕਹਿਨ ਨਾ ਜਾਈ, ਬਸਤ ਅਗੋਚਰ ਭਾਈ। ਰਹਾਉ ਮੋਲ ਨਾਹੀ ਕਛ ਕਰਨੈ ਜੋਗਾ, ਕਿਆ ਕੋ ਕਹੈ ਸੁਨਾਵੈ। ਕਥਨ ਕਹਿਨ ਕੋ ਸੋਜੀ ਨਾਹੀ, ਜੋ ਪੇਖੈ ਤਿਸ ਬਨ ਆਵੈ। ਸੋਈ ਜਾਣੈ ਕਰਨੈ ਹਾਰਾ, ਕੀਤਾ ਕਿਆ ਬੇਚਾਰਾ। ਆਪਣੀ ਗਤ ਮਿਤ ਆਪੇ ਜਾਣੈ, ਹਰ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਆਗਾਈ। ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਨਾਈ। ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਆਗਾਈ। ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਦੀਨ ਕੇ ਦਇਆਲ ਦਾਤੇ, ਭਗਤ ਵਛਲ ਕਿਰਪਾ ਨਿਧਾਨ, ਹਲਤ ਪਲਤ ਕੇ ਰਾਖੇ। ਖੰਡਾਂ ਬ੍ਰਹਮੰਡਾਂ ਵਿੱਚ ਪ੍ਰਕਾਸ਼ਮਾਨ, ਜਾਗਦੀ ਜੋਤ, ਚਵਰ ਤਖਤ ਰਾਜ ਦੇ ਮਾਲਕ, ਸਿਰ ਸ਼ਾਹਾਂ ਪਾਤਸ਼ਾਹ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਨਿਰੰਕਾਰ ਦਾ ਸ਼ਬਦ ਸਰੂਪ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਤੇ ਸਿਆਣਿਓ ਧੀਓ। ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਦਇਆਲ ਲਾਲ ਸਤਿਗੁਰੂ ਗਰੀਬ ਨਿਵਾਜ਼ ਸ਼ਬਦ ਰੂਪ ਹੋ ਕੇ ਸਾਰੇ ਜਗਤ ਵਿੱਚ ਆਪਣੀ ਕਿਰਪਾ ਵਰਤਾ ਰਹੇ ਨੇ। ਅੱਜ ਸਤਿਗੁਰੂ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਤਰਸ ਹੋਇਆ, ਜੋ ਉਹਨਾਂ ਦੇ ਪਾਵਨ ਉੱਤਮ ਅਸਥਾਨ ਤੋਂ
ਸਮੁੱਚੇ ਜਗਤ ਦੇ ਲਈ ਹੁਕਮ ਦੇ ਰੂਪ ਵਿੱਚ ਜੋ ਸ਼ਬਦ ਪ੍ਰਗਟ ਹੋਇਆ, ਉਸ ਦੀ ਵਿਚਾਰ ਅਸੀਂ ਸਾਰੇ ਸੰਗਤ ਰੂਪ ਹੋ ਕੇ ਸਾਂਝ ਪਾਉਣ ਦੇ ਲਈ, ਵੱਡੇ ਕੀਆਂ ਵਡਿਆਈਆਂ ਕਰਨ ਦੇ ਲਈ, ਸੁਣਨ ਦੇ ਲਈ ਸਤਿਗੁਰਾਂ ਦੇ ਦਰਬਾਰ ਵਿੱਚ ਪਰਜਾ ਰੂਪ ਹੋ ਕੇ ਆਣ ਬੈਠੇ ਹਾਂ। ਸਤ ਸੰਗੀਓ, ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੇਰੇ ਗਰੀਬ ਨਿਵਾਸ ਦਾਤਾ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਹੈ। ਸੰਗਤਾਂ ਦੂਰ ਦੁਰਾਡਿਓਂ ਆਉਂਦੀਆਂ ਨੇ, ਨਤਮਸਤਕ ਹੁੰਦੀਆਂ ਨੇ, ਸਤਿਗੁਰਾਂ ਦੇ ਦਰਸ਼ਨ ਪਾ ਕੇ ਨਿਹਾਲ ਹੁੰਦੀਆਂ ਨੇ। ਅੱਜ ਸੰਗਤ ਵਿੱਚ ਇੱਕ ਜੋਗੀ ਆ ਗਿਆ, ਸਤਿਗੁਰਾਂ ਨੂੰ ਨਮਸਕਾਰ ਕੀਤੀ, ਗਲ ਪੱਲਾ ਪਾ ਦੋਏ ਕਰ ਜੋੜ ਇੱਕ ਬੇਨਤੀ ਕੀਤੀ। ਸੱਚੇ ਪਾਤਸ਼ਾਹ, ਇੱਕ ਸਵਾਲ ਤੁਹਾਡੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਏ ਹਾਂ, ਜੇ ਕਿਤੇ ਤੁਹਾਡਾ ਤਰਸ ਹੋਵੇ ਮੈਨੂੰ ਜਵਾਬ ਮਿਲ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ। ਜੋਗੀ ਨੇ ਜਿਹੜਾ ਸਵਾਲ ਪੁੱਛਿਆ ਉਹ ਸਾਡੇ ਲਈ ਬੜੇ ਕੰਮ ਦਾ ਸਵਾਲ ਸੀ। ਸਤਿਗੁਰਾਂ ਨੂੰ ਪੁੱਛਣ ਲੱਗਾ, ਸੱਚੇ ਪਾਤਸ਼ਾਹ, ਜੇ ਬਾਣੀ ਦੇ ਵਿੱਚ ਸਾਰੇ ਖਜ਼ਾਨੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇ ਗੁਰਬਾਣੀ ਹੀ ਪ੍ਰਤੱਖ ਗੁਰੂ ਦਾ ਸਰੂਪ ਹੈ, ਜੇ ਸਾਰੇ ਅੰਮ੍ਰਿਤ ਭੰਡਾਰ ਬਾਣੀ ਦੇ ਵਿੱਚ ਲੁਕੇ ਹੋਏ ਨੇ, ਜੇ ਬਾਣੀ ਪੜ੍ਹਿਆ ਮਨੁੱਖ ਦਾ ਜੀਵਨ ਨਿਰਮਾਇਲ ਹੋ ਸਕਦਾ ਹੈ, ਮਨੁੱਖ ਇਸ ਆਵਾਗਮਨ ਤੋਂ ਰਹਿਤ ਹੋ ਸਕਦਾ ਹੈ, ਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਨਾ, ਫਿਰ ਤੁਸੀਂ ਆਪਣੇ ਸਿੱਖ ਨੂੰ ਅੰਮ੍ਰਿਤ ਦੀ ਮਰਿਆਦਾ ਦੇ ਬੰਨਣ ਵਿੱਚ ਕਿਉਂ ਬੰਨਿਆ? ਸਵਾਲ ਬੜਾ ਕੀਮਤੀ ਜੇ ਬਾਣੀ ਪੜ੍ਹਿਆ ਸਾਰੇ ਦੁੱਖ ਦੂਰ ਹੁੰਦੇ ਨੇ, ਸਾਰੇ ਖਜ਼ਾਨੇ ਬਾਣੀ ਦੇ ਵਿੱਚ ਨੇ, ਫਿਰ ਅੰਮ੍ਰਿਤ ਕਿਉਂ ਛਕਾਇਆ ਤੁਸੀਂ ਆਪਣੇ ਖਾਲਸੇ ਨੂੰ? ਫਿਰ ਰਹਿਤ ਦੇ ਬੰਨਣ ਵਿੱਚ ਕਿਉਂ ਬਣਿਆ? ਆ ਜਿਹੜੇ ਅੱਜ ਸਾਡੇ ਨੌਜਵਾਨ ਬੱਚੇ ਬੱਚੀਆਂ ਪੁੱਛਦੇ ਨੇ ਨਾ, ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਛਕਣ ਦੀ ਕੀ ਲੋੜ? ਇਸ ਦਾ ਜਵਾਬ ਤੇ ਸਤਿਗੁਰਾਂ ਨੇ ਕਈ ਸੌ ਵਰੇ ਪਹਿਲਾਂ ਦੇ ਦਿੱਤਾ ਸੀ। ਜਦੋਂ ਜੋਗੀ ਨੇ ਇਹ ਸਵਾਲ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਚਿੱਤ ਹੋਏ ਸਵਾਲ ਸੁਣ ਕੇ, ਤੇ ਬਚਨ ਕੀਤਾ, ਜੋਗੀ ਜੀ ਤੁਸੀਂ ਆਏ ਹੋ, ਇੱਥੇ ਤੁਹਾਡੀ ਸੇਵਾ ਹੋਏਗੀ, ਸਿੱਖ ਤੁਹਾਡੀ ਸੇਵਾ 'ਚ ਹਾਜ਼ਰ ਰਹਿਣਗੇ, ਕਿਉਂਕਿ ਗੁਰੂ ਦੇ ਦਰ ਤੇ ਜਿਹੜਾ ਵੀ ਆਉਂਦਾ ਸੀ, ਕੋਈ ਹਿੰਦੂ ਭਰਾ ਆ ਜਾਵੇ, ਕੋਈ ਮੁਸਲਮਾਨ ਆ ਜਾਵੇ, ਜੋਗੀ, ਸੰਨਿਆਸੀ, ਪੰਡਤ, ਬ੍ਰਾਹਮਣ, ਜਿਹੜਾ ਆ ਜਾਵੇ, ਸਭ ਨੂੰ ਬੜਾ ਸਤਿਕਾਰ ਮਿਲਦਾ ਸੀ, ਅੱਜ ਵੀ ਮਿਲਦਾ। ਜੋਗੀ ਜੀ ਤੁਹਾਡੇ ਇਸ ਗੱਲ ਦਾ ਜਵਾਬ ਕੱਲ੍ਹ ਦੇ ਦੀਵਾਨ ਵਿੱਚ ਦੇਵਾਂਗੇ। ਦਿਨ ਬੀਤ ਗਿਆ, ਅਗਲੇ ਦਿਹਾੜੇ ਅੰਮ੍ਰਿਤ ਵੇਲੇ ਦੀਵਾਨ ਸਜੇ। ਅੱਜ ਵੀ ਦੂਰ ਦੁਰਾਡਿਓਂ ਸੰਗਤਾਂ ਆਈਆਂ ਨੇ, ਤੇ ਇਤਿਹਾਸਕਾਰ ਇੱਕ ਬਚਨ ਲਿਖਦੇ ਨੇ, ਜੋਗੀ ਵੀ ਸੰਗਤ ਵਿੱਚ ਬੈਠਾ ਆ ਕੇ, ਸਤਿਗੁਰੂ ਤਖਤ ਤੇ ਬਿਰਾਜਮਾਨ ਹੋਏ ਨੇ, ਜਲਵਾਗਾਰ ਹੋਏ ਨੇ, ਸਾਰੀ ਖਲਕਤ ਉਹਨਾਂ ਦੇ ਦੀਦਾਰ ਕਰਕੇ ਨਿਹਾਲ ਹੋ ਰਹੀ ਹੈ। ਸੰਗਤ ਦੇ ਵਿੱਚ ਇੱਕ ਲੰਮੇ ਦੇਸ਼ ਤੋਂ ਸੰਗਤਾਂ ਦਾ ਜੱਥਾ ਆਇਆ, ਸਤਿਗੁਰਾਂ ਨੂੰ ਆਣ ਨਮਸਕਾਰ ਕੀਤੀ ਹੈ। ਆਪਣੇ ਅਸਤਰ, ਬਸਤਰ, ਸ਼ਸਤਰ ਆਦਿਕ ਜੋ ਵੀ ਸਤਿਗੁਰੂ ਨੂੰ ਭੇਟ ਕਰਨ ਦੇ ਲਈ, ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਲੈ ਹਾਜ਼ਰ ਹੋਏ ਨੇ। ਸਭ ਕੁਝ ਸਤਿਗੁਰਾਂ ਦੇ ਚਰਨਾਂ ਵਿੱਚ ਭੇਟਾ ਕੀਤਾ। ਉਹਨਾਂ ਵਿੱਚੋਂ ਇੱਕ ਸਿੱਖ ਸੋਨੇ ਦੀ ਡਲੀ ਲੈ ਕੇ ਆਇਆ, ਮਹਾਰਾਜ ਦੇ ਚਰਨਾਂ ਵਿੱਚ ਭੇਟਾ ਕੀਤੀ ਨਾ, ਤੇ ਸਤਿਗੁਰਾਂ ਨੇ ਉਹ ਸੋਨੇ ਦੀ ਡਲੀ ਆਪਣੇ ਕਮਰ ਕੱਸੇ ਦੇ ਵਿੱਚ ਸਜਾ ਲਈ, ਸੰਭਾਲ ਲਈ। ਹੁਣ ਜਿਹੜੇ ਸਿੱਖ ਵੇਖ ਰਹੇ ਸਨ ਹੈਰਾਨ ਹੋਣ ਲੱਗੇ, ਸਤਿਗੁਰਾਂ ਦਾ ਕਿਹੜਾ ਕੌਤਕ ਹੈ। ਗੁਰੂ ਕੇ ਸਿੱਖ ਜੋ ਵੀ ਭੇਟਾ, ਮਾਇਆ, ਅਸਤਰ, ਬਸਤਰ, ਸ਼ਸਤਰ ਆਦਿਕ ਲੈ ਕੇ ਹਾਜ਼ਰ ਹੁੰਦੇ ਨੇ, ਸਤਿਗੁਰੂ ਇਹ ਸਭ ਕੁਝ ਜਿਹੜਾ ਨੇ ਇਹ
ਤੋਸ਼ੇਖਾਨੇ ਵਿੱਚ ਜਮ੍ਹਾਂ ਕਰਾ ਦਿੰਦੇ ਨੇ, ਬਕਾਇਦਾ ਰੋਜ਼ ਨਾਮਚੇ ਵਿੱਚ ਉਹ ਚੜ ਜਾਂਦਾ ਹੈ। ਪਰ ਸਤਿਗੁਰਾਂ ਨੇ ਸੋਨੇ ਦੀ ਡਲੀ ਅੱਜ ਆਪਣੇ ਕਮਰ ਕੱਸੇ ਵਿੱਚ ਸਜਾਈ ਹੈ। ਕੋਈ ਤੇ ਇਸ ਦੇ ਪਿੱਛੇ ਜ਼ਰੂਰ ਸਿਧਾਂਤ ਹੋਏਗਾ ਮੇਰੇ ਗੁਰੂ ਦਾ। ਸਤਿਗੁਰਾਂ ਨੇ ਇੱਕ ਸਿੱਖ ਨੂੰ ਬਚਨ ਕੀਤਾ, ਸੁਨਿਆਰੇ ਨੂੰ ਸੱਦ ਕੇ ਲਿਆਓ। ਸਤ ਬਚਨ ਕਹਿ ਗੁਰੂ ਕਾ ਸਿੱਖ ਭਜਦਾ ਗਿਆ, ਸੁਨਿਆਰੇ ਨੂੰ ਆਵਾਜ਼ ਮਾਰੀ, ਭਾਈ ਅੱਜ ਤੇਰੇ ਭਾਗ ਖੁੱਲੇ ਨੇ, ਕਲਗੀਧਰ ਪਾਤਸ਼ਾਹ ਨੇ ਤੈਨੂੰ ਆਵਾਜ਼ਾ ਦਿੱਤਾ। ਸਤ ਬਚਨ ਕਹਿ ਕੇ ਸੁਨਿਆਰਾ ਵੀ ਸੰਗਤ ਵਿੱਚ ਆਇਆ, ਸੋਨੇ ਦੀ ਕਿਰਤ ਕਰਨ ਵਾਲਾ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਉਹ ਸੋਨੇ ਦੀ ਡਲੀ ਸੁਨਿਆਰੇ ਨੂੰ ਦਿੱਤੀ ਤੇ ਬਚਨ ਕੀਤਾ, ਇਸ ਸੋਨੇ ਨੂੰ ਆਪਣੀ ਕਸਵੱਟੀ ਤੇ ਪਰਖੋ। ਸੁਨਿਆਰੇ ਦੇ ਹੱਥ ਜੁੜ ਗਏ। ਸਤਿਗੁਰੂ ਦੀਨ ਦਿਆਲ, ਤੁਹਾਡੇ ਸਿੱਖ ਇੱਕ ਬਚਨ ਨੂੰ ਕਮਾਉਣ ਦੀ ਖਾਤਰ ਆਪਣੀਆਂ ਜਾਨਾਂ ਵਾਰਨ ਲਈ ਸਦਾ ਤਿਆਰ ਨੇ। ਤੁਸੀਂ ਇੱਕ ਬਚਨ ਕਰਦੇ ਹੋ ਤੇ ਆਪਣਾ ਸੀਸ ਕਟਾਉਣ ਨੂੰ ਤਿਆਰ ਨੇ। ਤੇ ਸੱਚੇ ਪਾਤਸ਼ਾਹ ਸਿੱਖ ਤੁਹਾਨੂੰ ਕੋਈ ਖੋਟਾ ਸੋਨਾ ਥੋੜੀ ਦੇਣਗੇ, ਖਰਾ ਹੀ ਹੋਣਾ। ਜੇ ਕਿਤੇ ਥੋੜੀ ਬਹੁਤ ਖੋਟ ਹੋਵੇ ਵੀ, ਸਤਿਗੁਰੂ ਜਿਹੜਾ ਤੁਹਾਡੀ ਦ੍ਰਿਸ਼ਟੀ ਦੇ ਸਾਹਮਣੇ ਆ ਗਿਆ, ਤੁਹਾਡੀ ਤਲੀ ਤੇ ਆ ਗਿਆ, ਫਿਰ ਉਹਦਾ ਖੋਟ ਵੀ ਮੁੱਕ ਗਿਆ ਹੋਣਾ। ਮਹਾਰਾਜ ਨੇ ਫਿਰ ਵੀ ਇਸ਼ਾਰਾ ਕੀਤਾ ਵੀ ਇਹਨੂੰ ਪਰਖੋ, ਇਹਨੂੰ ਕਸਵੱਟੀ ਦੇ ਉੱਤੇ। ਤੇ ਜਦੋਂ ਸੁਨਿਆਰੇ ਨੇ ਸੋਨੇ ਦੀ ਡਲੀ ਨੂੰ ਕਸਵੱਟੀ ਤੇ ਪਰਖਿਆ ਨਾ, ਆਖਣ ਲੱਗਾ ਜੀ ਇਹ ਸੋਨਾ 100% ਖਰਾ। ਮਹਾਰਾਜ ਮੁਸਕਰਾਏ। ਜੋਗੀ ਵੱਲ ਇਸ਼ਾਰਾ ਕੀਤਾ, ਜੋਗੀ ਜੀ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ। ਹੱਥ ਜੋੜ ਬੇਨਤੀ ਕੀਤੀ, ਸਤਿਗੁਰੂ ਤੁਸੀਂ ਸਮਰੱਥ ਹੋ, ਅਸੀਂ ਅਲਪੱਗ ਜੀਵ, ਛੋਟੀ ਬੁੱਧੀ ਦੇ ਮਾਲਕ ਹਾਂ, ਮੈਂ ਸਮਝ ਨਹੀਂ ਸਕਿਆ ਤੁਹਾਡਾ ਕੌਤਕ। ਸੱਚੇ ਪਾਤਸ਼ਾਹ ਨੇ ਕਿਹਾ, ਅਸੀਂ ਜਾਣਦੇ ਸਾਂ ਇਹ ਸੋਨਾ 100% ਖਰਾ, ਇਹਦੇ ਵਿੱਚ ਕੋਈ ਖੋਟ ਨਹੀਂ, ਪਰ ਇਸ ਸੋਨੇ ਨੂੰ ਆਪਣਾ ਖਰਾ ਗੁਣ ਦਰਸਾਉਣ ਦੇ ਲਈ ਕਸਵੱਟੀ ਤੇ ਪਰਖ ਕਰਾਉਣੀ ਪਈ। ਤਾਂ ਹੀ ਸਾਰੇ ਜਗਤ ਨੂੰ ਭਰੋਸਾ ਹੋਏਗਾ ਨਾ ਜਦੋਂ ਸੋਨੇ ਨੂੰ ਕਸਵੱਟੀ ਤੇ ਪਰਖਿਆ ਜਾਏਗਾ। ਆਖਣ ਲੱਗੇ ਇਸੇ ਤਰ੍ਹਾਂ ਭਾਵੇਂ ਬਾਣੀ ਦੇ ਵਿੱਚ ਸਾਰੇ ਗੁਣ ਨੇ, ਸਾਰੇ ਅੰਮ੍ਰਿਤ ਨੇ, ਸਾਰੇ ਖਜ਼ਾਨੇ ਨੇ, ਪਰ ਆਪਣੇ ਸਿੱਖ ਨੂੰ ਮੈਂ ਤਾਂ ਕਰਕੇ ਮਰਿਆਦਾ ਦੇ ਬੰਨਣ ਵਿੱਚ ਬੰਨਿਆ, ਤਾਂ ਜੇ ਸਿੱਖ ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਗੁਰੂ ਘਰ ਆਉਂਦਿਆਂ, ਸੰਸਾਰ ਦੇ ਵਿੱਚ ਵਿਚਰਦਿਆਂ, ਆਪਣੀ ਕਿਰਤ ਕਰਦਿਆਂ, ਸਮੇਂ-ਸਮੇਂ ਸਿਰ ਮਰਿਆਦਾ ਦੀ ਕਸਵੱਟੀ ਤੇ ਆਪਣੇ ਆਪ ਨੂੰ ਪਰਖਦਾ ਰਹੇ। ਕਿਤੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਅੰਦਰ ਹੰਕਾਰ ਨਾ ਆ ਜਾਏ, ਕਿਤੇ ਲੋਭੀ ਨਾ ਹੋ ਜਾਏ। ਇਸ ਕਰਕੇ ਮੈਂ ਆਪਣੇ ਸਿੱਖ ਨੂੰ ਅੰਮ੍ਰਿਤ ਦੇ ਮਰਿਆਦਾ ਦੇ ਬੰਨਣ ਵਿੱਚ ਬੰਨਿਆ। ਸੋ ਸਤਿਗੁਰਾਂ ਨੇ ਹਰ ਇੱਕ ਸਿੱਖ ਦੇ ਲਈ ਅੰਮ੍ਰਿਤ ਪਾਨ ਕਰਨਾ ਇੱਕ ਹੁਕਮ ਕੀਤਾ। ਇੱਥੇ ਕੋਈ ਬੇਨਤੀ ਨਹੀਂ, ਇੱਥੇ ਕੋਈ ਸਲਾਹ ਨਹੀਂ, ਇਹ ਹੁਕਮ ਹੈ। ਇਹ ਹੈ ਮੋਰ ਆਗਿਆ, ਸੁਨੋ ਹੈ ਪਿਆਰੇ, ਬਿਨਾ ਸ਼ਸਤਰ ਕੇ ਸੰਗ ਦਿਵੋ ਨਾ ਦਿਦਾਰੇ। ਇੱਥੇ ਮਹਾਰਾਜ ਨੇ ਆਗਿਆ ਦਿੱਤੀ, ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਛੂਟ ਨਹੀਂ ਕਿ ਅਸੀਂ ਕਹੀਏ ਆ ਮੰਨਣਾ ਜਾਂ ਨਹੀਂ ਮੰਨਣਾ। ਇਹ ਸਤਿਗੁਰਾਂ ਦਾ ਬਚਨ ਹਰ ਇੱਕ ਸਿੱਖ ਦੇ ਲਈ ਹੁਕਮ ਹੈ। ਮੇਰੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਪਿਤਾ ਜੀ ਜੋ ਅੱਜ ਪਾਵਨ ਬਚਨ ਉਚਾਰਨ ਕਰ ਰਹੇ ਨੇ ਨਾ, ਰਾਮਕਲੀ ਰਾਗ ਦੇ ਵਿੱਚ ਇਹ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਹੈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ 883 ਅੰਗ ਤੇ ਸਦਾ ਲਈ ਸੁਭਾਇਮਾਨ ਹੋ ਗਿਆ। ਸਤਿਗੁਰ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਨੂੰ ਪਹਿਲੇ ਪਦੇ ਦੇ ਵਿੱਚ ਆਪ ਕਿਰਪਾ ਕਰਕੇ ਆਪਣੀ ਰਸਨਾ ਤੋਂ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾਂ। ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨਾ ਜਾਣੈ। ਪਰਮੇਸ਼ਵਰ ਦਿਆਲ ਨੇ ਜੋ ਜਗਤ ਨੂੰ ਨਾਮ ਦੀ ਦਾਤ ਵਰਤਾਈ ਹੈ ਨਾ,
ਇਹ ਨਾਮ ਦੀ ਬੇਸ਼ਕੀਮਤੀ ਪੂੰਜੀ ਇਹ ਮਾਇਆ ਦੇ ਤ੍ਰੈ ਗੁਣਾਂ ਤੋਂ ਉੱਤੇ ਹੈ। ਮਾਇਆ ਦੇ ਤ੍ਰੈ ਗੁਣ ਕਿਹੜੇ ਨੇ? ਇਹ ਜਿਹੜਾ ਤ੍ਰੈ ਲਫ਼ਜ਼ ਹੈ ਨਾ, ਇਹ ਪੋਠੋਹਾਰ ਦੀ ਬੋਲੀ। ਜਿਹੜਾ ਲਹਿੰਦਾ ਪੰਜਾਬ ਪਾਕਿਸਤਾਨ ਦਾ ਹਿੱਸਾ, ਜਦੋਂ ਲਾਹੌਰ ਤੋਂ ਅਗਾਂਹ ਸਿੰਧ ਵੱਲ ਜਾਈਏ ਨਾ, ਤੇ ਦਰਿਆ ਦੇ ਇੱਕ ਪਾਸੇ ਪੋਠੋਹਾਰ ਤੇ ਦੂਜੇ ਪਾਸੇ ਧੰਨੀ ਦਾ ਇਲਾਕਾ, ਉਸ ਪਾਸੇ ਦੀ ਇਹ ਬੋਲੀ ਸਤਿਗੁਰਾਂ ਨੇ ਬਾਣੀ ਦੇ ਵਿੱਚ ਕਈ ਥਾਂ ਤੇ ਇਸ ਬੋਲੀ ਨੂੰ ਵਰਤਿਆ। ਸੱਚੇ ਪਾਤਸ਼ਾਹ ਇੱਥੇ ਤ੍ਰੈ ਦਾ ਭਾਵ ਹੈ ਤਿੰਨ, 3। ਮਾਇਆ ਦੇ 3 ਗੁਣ ਰਜੋ ਤਮੋ ਸਤੋ। ਇਹਨਾਂ ਮਾਇਆ ਦੇ ਪ੍ਰਭਾਵ ਤੋਂ 3 ਗੁਣਾਂ ਤੋਂ ਉੱਤੇ ਉੱਠ ਕੇ ਇਹ ਨਾਮ ਦੀ ਦਾਤ ਗੁਰਸਿੱਖ ਦੇ ਹਿੱਸੇ ਆਉਂਦੀ ਹੈ। ਜਿਨ੍ਹਾਂ ਨੇ ਇਸ ਨਾਮ ਦੀ ਕਮਾਈ ਨੂੰ ਜੀਵਨ ਵਿੱਚ ਹੰਢਾਇਆ, ਕਹਿਣ ਤੋਂ ਭਾਵ ਉਹ ਮਾਇਆ ਦੇ 3 ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ। ਤ੍ਰੈ ਗੁਣ ਰਹਿਤ ਰਹਿ ਨਿਰਾਰੀ, ਸਾਧਕ ਸਿੱਧ ਨਾ ਜਾਣੈ। ਜਿਹੜੇ ਜਪੀ ਤਪੀ ਹੋਣ ਦਾ ਦਾਵਾ ਕਰਦੇ ਨੇ, ਜਿਹੜੇ ਰਿੱਧੀਆਂ ਸਿੱਧੀਆਂ ਆਦਿਕ ਵਿੱਚ ਖੱਚਤ ਹੋਏ ਨੇ, ਉਹ ਭੋਲੇ ਨਾਮ ਦੀ ਇਸ ਉੱਚੀ ਤੇ ਸੁੱਚੀ ਬਰਕਤ ਨੂੰ ਪਛਾਣ ਨਹੀਂ ਸਕਦੇ। ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜ਼ਾਨਾ। ਪਰਮੇਸ਼ਵਰ ਦਿਆਲ ਦੇ ਖਜ਼ਾਨੇ ਇੰਨੇ ਭਰਪੂਰ ਨੇ ਜੋ ਕਦੇ ਮੁੱਕਦੇ ਨਹੀਂ। ਇੱਕ ਬੇਨਤੀ ਕਰਾਂ, ਨਾਮ ਜਪਣ ਵਾਲਾ, ਗੁਰੂ ਘਰ ਦਾ ਪਿਆਰ ਕਰਨ ਵਾਲਾ, ਗੁਰੂ ਦਾ ਚਰਨਾਂ ਦਾ ਭੌਰਾ ਬਣ ਕੇ, ਆਸ਼ਿਕ ਬਣ ਕੇ ਜੋ ਗੁਰੂ ਦੇ ਹੁਕਮ ਵਿੱਚ ਜੀਵਨ ਜਿਉਂਦੇ ਨੇ ਨਾ, ਉਹ ਵੀ ਕਦੇ ਮੁੱਕਦੇ ਨਹੀਂ, ਕਦੇ ਸੁੱਕਦੇ ਨਹੀਂ, ਕਦੇ ਟੁੱਕਦੇ ਨਹੀਂ, ਕਦੇ ਝੁਕਦੇ ਨਹੀਂ। ਉਹਨਾਂ ਨੂੰ ਵੀ ਕੋਈ ਟੁੱਕ ਨਹੀਂ ਸਕਦਾ, ਝੁਕਾ ਨਹੀਂ ਸਕਦਾ, ਉਹਨਾਂ ਨੂੰ ਕੋਈ ਸੁਕਾ ਨਹੀਂ ਸਕਦਾ। ਉਹ ਸਦਾ ਹਰਿਆਵਲ ਵਿੱਚ ਰਹਿੰਦੇ ਨੇ, ਸਦਾ ਖੇੜੇ ਵਿੱਚ ਰਹਿੰਦੇ ਨੇ। ਸੱਚੇ ਪਾਤਸ਼ਾਹ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਬਚਨ ਕਰਕੇ ਸਮਝਾ ਰਹੇ ਨੇ ਕਿ ਇਹ ਜਿਹੜੀ ਬੇਸ਼ਕੀਮਤੀ ਨਾਮ ਪਦਾਰਥ ਦੀ ਭਰਪੂਰ ਕੋਠੜੀ ਹੈ ਨਾ, ਇਹ ਅੰਮ੍ਰਿਤ ਦੇ ਖਜ਼ਾਨੇ ਦੇ ਨਾਲ ਲਬਾਲਬ ਹੈ, ਭਰਪੂਰ ਹੈ। ਇਹਨੇ ਕਦੇ ਮੁੱਕਣਾ ਨਹੀਂ, ਇਹਨੇ ਕਦੇ ਸੁੱਕਣਾ ਨਹੀਂ। ਗੁਰੂ ਸਵਾਰਿਓ, ਇਸ ਪੰਕਤੀ ਵਿੱਚ ਸਤਿਗੁਰਾਂ ਨੇ ਇੱਕ ਬਚਨ ਅੰਮ੍ਰਿਤ ਲਫ਼ਜ਼ ਵਰਤਿਆ। ਅੰਮ੍ਰਿਤ ਦਾ ਸਿੱਖ ਦੇ ਨਾਲ ਸਿੱਧਾ ਸੰਬੰਧ ਹੈ। ਗੁਰਬਾਣੀ ਦੇ ਵਿੱਚ ਅੰਮ੍ਰਿਤ ਲਫ਼ਜ਼ ਕਈ ਬਖਸ਼ਿਸ਼ਾਂ ਦੇ ਲਈ ਵਰਤਿਆ। ਬਾਣੀ ਦੇ ਲਈ ਵੀ ਅੰਮ੍ਰਿਤ ਲਫ਼ਜ਼ ਆਉਂਦਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਨਾਮ ਦੇ ਲਈ ਵੀ ਅੰਮ੍ਰਿਤ ਲਫ਼ਜ਼ ਕਈ ਥਾਵਾਂ ਤੇ ਸਤਿਗੁਰਾਂ ਨੇ ਵਰਤਿਆ। ਅੰਮ੍ਰਿਤ ਹਰ ਕਾ ਨਾਮ ਹੈ, ਐਸੀਆਂ ਕਈ ਪੰਕਤੀਆਂ ਨੇ। ਨਾਮ ਨੂੰ ਵੀ ਸਤਿਗੁਰਾਂ ਨੇ ਅੰਮ੍ਰਿਤ ਕਹਿ ਕੇ ਪੁਕਾਰਿਆ। ਇਸੇ ਤਰ੍ਹਾਂ ਭਗਤੀ ਨੂੰ ਵੀ ਸਤਿਗੁਰਾਂ ਨੇ ਅੰਮ੍ਰਿਤ ਕਿਹਾ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ RAM ਰਾਜੇ। ਗੁਰ ਸਤਿਗੁਰ ਸੱਚਾ ਸ਼ਾਹ ਹੈ, ਸਿੱਖ ਦੇ ਹਰ ਰਾਸੇ। ਉਹ ਅੰਮ੍ਰਿਤ ਦੀ ਪੂੰਜੀ ਜਿਹੜੀ ਏ, ਇਹ ਭਗਤ ਪਿਆਰਿਆਂ ਨੂੰ ਗੁਰੂ ਸਾਹਿਬ ਆਪ, ਜਿਹੜੇ ਸ਼ਾਹ ਨੇ, ਸੰਸਾਰ ਦੇ ਮਾਲਕ ਨੇ, ਜਿਹੜੇ ਸੱਚ ਦੇ ਵਪਾਰੀ ਨੇ। ਇਸੇ ਤਰ੍ਹਾਂ ਅੰਮ੍ਰਿਤ ਲਫ਼ਜ਼ ਸਤਿਗੁਰਾਂ ਨੇ ਬਾਰ-ਬਾਰ ਕਈ ਥਾਵਾਂ ਤੇ ਦ੍ਰਿੜ ਕਰਾਇਆ। ਕਦੇ ਅੰਮ੍ਰਿਤ ਲਫ਼ਜ਼ ਨੂੰ ਸੰਧੀ ਵਿਛੇਦ ਕਰੋ ਨਾ, ਇਹਦੇ ਭਾਵ ਬੜੇ ਡੂੰਘੇ ਨੇ, ਬੜੇ ਗਹਿਰੇ ਨੇ। ਅੰਮ੍ਰਿਤ ਲਫ਼ਜ਼ 4 ਅੱਖਰਾਂ ਨੂੰ ਜੋੜ ਕੇ ਬਣਿਆ ਤੇ ਇੱਕ ਇੱਕ ਅੱਖਰ ਜਿਹੜਾ ਹੈ ਉਹ ਅੰਮ੍ਰਿਤ ਦੀ ਮਰਿਆਦਾ ਨੂੰ ਬਿਆਨ ਕਰ ਰਿਹਾ। ਸਮਾਂ ਨਹੀਂ ਉਸ ਪਾਸੇ ਜਾਇਆ ਜਾਵੇ, ਕੇਵਲ ਸੰਧੀ ਵਿਛੇਦ ਕਰਕੇ ਵੇਖੀਏ। ਐੜੇ ਨੂੰ ਵੱਖਰੇ ਕਰਕੇ ਪੜੋ, ਅੰਮ੍ਰਿਤ। ਜਿਹੜਾ ਗੁਰੂ ਦੀ ਬਖਸ਼ਿਸ਼ ਦੇ ਨਾਲ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਕਰ ਲਵੇ, ਜੀਵਨ ਵਿੱਚ ਕਮਾਈ ਕਰ ਲਵੇ, ਕਲਗੀਧਰ ਪਾਤਸ਼ਾਹ ਦੀ ਖੰਡੇ ਬਾਟੇ ਦੀ ਅੰਮ੍ਰਿਤ ਦੀ ਮਰਿਆਦਾ ਦਾ ਪਾਲਨ ਕਰੇ, ਬਾਬਾ ਜੀ ਕਹਿੰਦੇ ਅੰਮ੍ਰਿਤ, ਉਹ ਫਿਰ ਮਰਦਾ ਨਹੀਂ। ਇੱਥੇ ਸਰੀਰਕ ਮੌਤ ਦੀ ਗੱਲ ਨਹੀਂ, ਇੱਥੇ ਆਤਮਕ ਮੌਤ ਦੀ ਗੱਲ ਹੋ ਰਹੀ ਹੈ। ਆਤਮਕ ਪੱਖੋਂ ਐਸੇ ਮਨੁੱਖ ਦ੍ਰਿੜਤਾ ਵਿੱਚ, ਚੜ੍ਹਦੀ ਕਲਾ ਵਿੱਚ ਜੀਵਨ ਜਿਉਂਦੇ ਨੇ, ਇਹ ਕਦੇ ਫਿਰ ਮੁੱਕਦੇ ਨਹੀਂ ਹੁੰਦੇ। ਧੰਨ ਬਾਬਾ ਬੁੱਢਾ ਜੀ ਨੇ ਨਾਮ ਦਾ ਅੰਮ੍ਰਿਤ ਪਾਨ ਕੀਤਾ। ਅੱਜ ਸੰਸਾਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਦਾ ਜ਼ਿਕਰ ਹੁੰਦਾ ਹੈ, ਸਹਿਜ ਸੁਭਾਏ ਬਾਬਾ ਬੁੱਢਾ ਜੀ ਦਾ ਜ਼ਿਕਰ ਨਾਲ ਹੁੰਦਾ।
ਧੰਨ ਬਾਬਾ ਦੀਪ ਸਿੰਘ ਜੀ ਨੇ ਜੇ ਕਲਗੀਧਰ ਪਾਤਸ਼ਾਹ ਜੀ ਦੇ ਮੁਬਾਰਕ ਹਸਤ ਕਮਲਾਂ ਤੋਂ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੇ ਰੂਪ ਵਿੱਚ ਲਈ, ਅੱਜ ਜਿੱਥੇ ਕਲਗੀਧਰ ਪਾਤਸ਼ਾਹ ਦਾ ਇਤਿਹਾਸ ਸਾਂਝਾ ਹੁੰਦਾ ਹੈ, ਉੱਥੇ ਧੰਨ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਵੀ ਨਾਲ ਹੁੰਦਾ, ਕਿਉਂਕਿ ਸੰਗਤ ਵਿੱਚ ਸਦਾ ਮੌਜੂਦ ਨੇ, ਉਹ ਕਿਤੇ ਗਏ ਨਹੀਂ। ਅੰਮ੍ਰਿਤ। ਤੇ ਜੇ ਦੂਜੀ ਵਾਰੀ ਇਸੇ ਲਫ਼ਜ਼ ਨੂੰ ਸੰਧੀ ਵਿਛੇਦ ਕਰੋ ਨਾ, ਇੱਕ ਹੋਰ ਬੜਾ ਡੂੰਘਾ ਅਰਥ ਜੇ, ਅਮਰ ਰਤ। ਅੰਮ੍ਰਿਤ ਛਕ ਕੇ, ਭਾਵੇਂ ਉਹ ਨਾਮ ਰੂਪੀ ਅੰਮ੍ਰਿਤ ਹੈ, ਭਾਵੇਂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਮਰਿਆਦਾ ਹੈ, ਅੰਮ੍ਰਿਤ ਛਕ ਕੇ ਉਸ ਅਮਰ ਦੇ ਵਿੱਚ ਜਿਹੜਾ ਅਕਾਲ ਹੈ, ਜੋ ਕਦੇ ਮੁੱਕਦਾ ਨਹੀਂ, ਜੋ ਕਦੇ ਮਰਦਾ ਨਹੀਂ, ਜੋ ਕਾਲ ਤੋਂ ਰਹਿਤ ਹੈ, ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪਦਿਆਂ ਇੱਕ ਦਿਨ ਐਸੀ ਅਵਸਥਾ ਪ੍ਰਾਪਤ ਹੁੰਦੀ ਏ, ਉਸ ਅਕਾਲ ਦੇ ਵਿੱਚ ਅਭੇਦ ਹੋ ਜਾਈਦਾ। ਸੋ ਸਤਿਗੁਰ ਕਿਰਪਾ ਨਿਧਾਨ ਬਖਸ਼ਿਸ਼ ਕਰਕੇ ਉਸ ਸੋਹਣੇ ਰੱਬ ਦੀਆਂ ਵੱਡੀਆਂ ਵਡਿਆਈਆਂ ਨੂੰ ਬਿਆਨ ਕਰਕੇ ਅੰਮ੍ਰਿਤ ਦੀ ਇਸ ਮਰਿਆਦਾ ਨੂੰ ਬਾਕਮਾਲ ਢੰਗ ਦੇ ਨਾਲ ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਨਾ, ਉਹਨਾਂ ਦੀ ਅਵਸਥਾ ਬੜੀ ਉੱਤਮ ਹੁੰਦੀ ਹੈ। ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਦੋਏ ਕਰ ਜੋੜ ਇੱਕ ਬੇਨਤੀ ਕਰਾਂ, ਇਹਨਾਂ ਦੀਆਂ ਲਿਖਤਾਂ ਪੜ੍ਹਿਆ ਕਰੋ, ਤੁਹਾਡੇ ਜੀਵਨ ਦੇ ਵਿੱਚੋਂ ਨੈਗੇਟਿਵ એનર્ਜੀ ਨੂੰ ਬਾਹਰ ਕੱਢ ਦੇਣਗੀਆਂ ਤੇ ਪੋਜ਼ਿਟਿਵ એનર્ਜੀ ਨੂੰ ਜਨਰੇਟ ਕਰਨਗੀਆਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਕੋਠੀ ਦੇ ਵਿੱਚ ਬੜਾ ਸੋਹਣਾ ਬਗੀਚਾ ਲਾਇਆ ਹੈ, ਕੁਰਸੀ ਦੇ ਉੱਤੇ ਬੈਠੇ ਨੇ, ਦੋ ਮਿੱਤਰ ਮਿਲਣ ਲਈ ਆ ਗਏ, ਆ ਕੇ ਬੈਠੇ, ਫਤਿਹ ਬੁਲਾਈ, ਹਾਲ ਚਾਲ ਪੁੱਛਿਆ, ਜਿਸ ਸੰਬੰਧ ਵਿੱਚ ਗੱਲ ਕਰਨ ਆਏ ਸਨ ਉਹਨਾਂ ਨੇ ਵਿਸ਼ਾ ਤੋਰਿਆ, ਦੋਨਾਂ ਵੀਰਾਂ ਨੇ, ਦੋਨਾਂ ਮਿੱਤਰਾਂ ਨੇ, ਤੇ ਤਿੰਨਾਂ ਨੇ ਇੱਕ ਨਜ਼ਾਰਾ ਡਿੱਠਾ। ਬਾਗ ਦੇ ਵਿੱਚ ਭਾਂਤ ਭਾਂਤ ਦੇ ਫੁੱਲ ਖਿੜੇ ਨੇ ਤੇ ਇੱਕ ਭੌਰਾ ਪਤਾ ਨਹੀਂ ਕਿੱਥੋਂ ਉੱਡ ਕੇ ਆਇਆ ਤੇ ਆਣ ਕੇ ਫੁੱਲ ਤੇ ਬਹਿ ਗਿਆ। ਹੁਣ ਭਾਈ ਵੀਰ ਸਿੰਘ ਜੀ ਵੀ ਨਜ਼ਾਰਾ ਵੇਖ ਰਹੇ ਨੇ ਤੇ ਜਿਹੜੇ ਨਾਲ ਉਹਨਾਂ ਦੇ ਮਿੱਤਰ ਬੈਠੇ ਨੇ ਉਹ ਵੀ ਨਜ਼ਾਰਾ ਵੇਖ ਰਹੇ ਨੇ। ਭਾਈ ਜੀ ਨੇ ਪੁੱਛਿਆ ਆਪਣੇ ਇੱਕ ਮਿੱਤਰ ਨੂੰ, ਭਾਈ ਸਾਹਿਬ ਜੀ ਕੀ ਪੇ ਵੇਖਦੇ ਹੋ? ਉਹ ਮਿੱਤਰ ਬੜੇ ਪਿਆਰ ਨਾਲ ਕਹਿਣ ਲੱਗੇ, ਜੀ ਇੱਕ ਫੁੱਲ ਖਿੜਿਆ, ਪਤਾ ਨਹੀਂ ਕਿੱਥੋਂ ਦੂਰੋਂ ਉਡਾਰੀ ਲਾ ਕੇ ਇਹ ਭਵਰਾ ਆਇਆ ਤੇ ਆਣ ਕੇ ਫੁੱਲ ਤੇ ਬਹਿ ਗਿਆ। ਭਾਈ ਸਾਹਿਬ ਮੁਸਕਰਾਏ। ਦੂਜੇ ਸੱਜਣ ਨੂੰ ਪੁੱਛਿਆ, ਭਾਈ ਜੀ ਤੁਸਾਂ ਕੀ ਡਿੱਠਾ? ਉਹ ਵੀ ਆਖਣ ਲੱਗਾ, ਜੀ ਫੁੱਲ ਖਿੜਿਆ, ਭਵਰਾ ਆਇਆ, ਉੱਤੇ ਬੈਠ ਕੇ ਮਕਰੰਦ ਦਾ ਰਸ ਲੈ ਰਿਹਾ, ਆਨੰਦ ਮਾਣ ਰਿਹਾ। ਜਦੋਂ ਉਹਨਾਂ ਦੋਨਾਂ ਮਿੱਤਰਾਂ ਨੇ ਭਾਈ ਵੀਰ ਸਿੰਘ ਜੀ ਨੂੰ ਮੁਸਕਰਾਉਂਦਿਆਂ ਵੇਖਿਆ ਨਾ, ਤੇ ਇੱਕੋ ਸਵਾਲ ਦੋਵਾਂ ਨੇ ਪੁੱਛਿਆ, ਭਾਈ ਜੀ ਤੁਸਾਂ ਕੀ ਡਿੱਠਾ? ਹੁਣ ਵੇਖਣਾ, ਨਾਮ ਜਪਣ ਵਾਲੀ ਇੱਕ ਰੂਹ, ਪਰਮੇਸ਼ਵਰ ਦੇ ਨਾਮ ਵਿੱਚ ਅਭੇਦ ਗੁਰੂ ਕੇ ਬਚਨ ਨੂੰ ਮੰਨ ਕੇ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਜਿਉਣ ਵਾਲੇ ਪੰਥ ਦੇ ਪ੍ਰਸਿੱਧ ਲਿਖਾਰੀ ਵਿਦਵਾਨ ਭਾਈ ਸਾਹਿਬ ਜੀ ਨੇ ਬਚਨ ਜਿਹੜਾ ਕੀਤਾ ਬੜਾ ਕਮਾਲ ਦਾ ਸੀ। ਹੁਣ ਡਿੱਠਾ ਸਾਰਿਆਂ ਨੇ, ਫੁੱਲ ਵੀ ਉਹੀ ਹੈ, ਭਵਰਾ ਵੀ ਉਹੀ ਹੈ, ਬਗੀਚਾ ਵੀ ਉਹੀ ਹੈ। ਭਾਈ ਸਾਹਿਬ ਨੇ ਕਿਹਾ, ਜੋ ਮੈਂ ਡਿੱਠਾ ਦੱਸਾਂ? ਮਿੱਤਰਾਂ ਨੇ ਪਿਆਰ ਨਾਲ ਕਿਹਾ, ਜੀ ਦੱਸੋ। ਤੇ ਭਾਈ ਸਾਹਿਬ ਜੀ ਉਹ ਫੁੱਲ ਨੂੰ ਵੇਖ ਕੇ ਭਵਰਾ ਬੈਠਾ ਮਕਰੰਦ ਦਾ ਰਸ ਲੈ ਰਿਹਾ। ਭਾਈ ਸਾਹਿਬ ਕਹਿੰਦੇ ਨੇ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ। ਇਹ ਬਗੀਚਾ ਵੀ ਉਹੀ ਏ, ਹਰਿਆਵਲ ਜਿਹੜੀ ਏ ਉਹ ਵੀ ਉਹ ਆਪ ਹੈ, ਇਹ ਫੁੱਲ ਵੀ ਉਹ ਆਪ ਪਰਮਾਤਮਾ, ਇਹਦੇ ਵਿੱਚ ਖੁਸ਼ਬੂ ਵੀ ਉਸਨੇ ਆਪ ਪਾਈ ਹੈ ਤੇ ਭੰਵਰਾ ਬਣ ਕੇ ਵੀ ਆਪ ਆਇਆ ਤੇ ਆਪ ਹੀ ਮਕਰੰਦ ਦਾ ਰਸ ਲੈ ਰਿਹਾ। ਉਹ ਆਪ ਹੀ ਸਾਡੇ ਤਿੰਨਾਂ ਦੀਆਂ ਅੱਖਾਂ ਦੇ ਵਿੱਚੋਂ ਇਹ ਨਜ਼ਾਰਾ ਵੇਖ ਵੀ ਰਿਹਾ। ਇੱਥੇ ਪਹੁੰਚ ਜਾਇਓ, ਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਥੇ ਪਹੁੰਚਣਾ ਸਿੱਖਣਾ। ਇੱਕ ਪਿਆਰ ਭਰੀ ਬੇਨਤੀ ਕਰਾਂ, ਸਿੱਖ ਦੀ ਦ੍ਰਿਸ਼ਟੀ ਕੈਸੀ ਹੋਵੇ? ਪੁਰਾਤਨ ਰਹਿਤਨਾਮਿਆਂ ਦਾ ਬਚਨ ਰੋਜ਼ ਪੜ੍ਹਦੇ ਹੋ ਨਾ, ਆਗੈ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਇਹ ਬਚਨ ਨੇ, ਹਰ ਇੱਕ ਸਿੱਖ ਨੇ ਮੰਨਣੇ ਨੇ। ਪਰ ਇੱਥੇ ਮੈਂ ਇੱਕ ਪਿਆਰ ਭਰੀ ਬੇਨਤੀ ਗੁਰੂ ਦੀ ਕਿਰਪਾ ਨਾਲ ਹੋਰ ਕਰਾਂ।
ਹੁਣ ਜੇ ਕੋਈ ਗੁਰੂ ਦਾ ਸਿੱਖ ਸਾਹਮਣੇੋਂ ਨਹੀਂ ਆ ਰਿਹਾ, ਤੁਸੀਂ ਕਿਸੇ ਵਹੀਕਲ ਤੇ ਜਾ ਰਹੇ ਹੋ, 2 ਵੀਲਰ ਤੇ 4 ਵੀਲਰ ਤੇ, ਹੁਣ ਤੁਸੀਂ ਕਿਸੇ ਗੁਰਸਿੱਖ ਨੂੰ ਜਾਂ ਕਿਸੇ ਭੈਣ ਨੂੰ ਤੁਸੀਂ ਰਾਹ ਜਾਂਦਿਆਂ ਕ੍ਰਾਸ ਕਰ ਗਏ ਹੋ, ਤੁਸੀਂ ਵੀ 70 ਦੀ ਸਪੀਡ ਤੇ ਹੋ, ਉਹ ਵੀ ਸਪੀਡ ਤੇ, ਹੁਣ ਤੁਸੀਂ ਰੁਕ ਕੇ ਬ੍ਰੇਕ ਮਾਰ ਕੇ ਫਤਿਹ ਤੇ ਨਹੀਂ ਨਾ ਬੁਲਾਓਗੇ। ਇਹ ਪਿਆਰ ਵਾਲੀ ਅਵਸਥਾ ਜੇ ਪੱਲੇ ਬੰਨੇ, ਜੇ ਬੰਨਾਂਗੇ ਗੁਰੂ ਰਾਮਦਾਸ ਜੀ ਦੀ ਖੁਸ਼ੀਆਂ ਦੇ ਪਾਤਰ ਬਣਾਂਗੇ। ਕੀ ਕਰੀਏ? ਜੇ ਤੁਸੀਂ ਕਿਸੇ ਗੁਰਸਿੱਖ ਨੂੰ, ਵੀਰ ਨੂੰ, ਕਿਸੇ ਭੈਣ ਨੂੰ, ਕਿਸੇ ਬਜ਼ੁਰਗ ਨੂੰ ਗੱਲ ਵਿੱਚ ਗਾਤਰਾ ਪਾਇਆ ਵੇਖਿਆ ਨਾ, ਤੁਸੀਂ ਕਿਸੇ ਹੋਰ ਸ਼ਹਿਰ ਵਿੱਚੋਂ, ਕਿਸੇ ਦੂਜੇ ਮੁਲਕ ਵਿੱਚੋਂ ਗਾਤਰਾ ਪਾਇਆ, ਜਾਂ ਉਹਦੀ ਸ੍ਰੀ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਉਹ ਤੁਹਾਨੂੰ ਜਾਣਦੇ ਨੇ ਭਾਵੇਂ ਨਹੀਂ ਜਾਣਦੇ, ਪ੍ਰੇਮ ਦੀ ਭਾਸ਼ਾ ਹੈ, ਚੰਗੀ ਲੱਗੇ। ਹੁਣ ਤੁਸੀਂ ਉਹਨੂੰ ਜਾਣਦੇ ਹੋ ਭਾਵੇਂ ਨਹੀਂ ਜਾਣਦੇ, ਜੇ ਕੋਲੋਂ ਲੰਘੇ ਹੋ, ਕੇਵਲ ਉਹਦਾ ਗਾਤਰਾ ਹੀ ਵੇਖਿਆ, ਕੇਵਲ ਉਹਦੀ ਸ੍ਰੀ ਸਾਹਿਬ ਹੀ ਵੇਖੀਏ, ਭਾਵਨਾ ਦੇ ਨਾਲ ਗੁਪਤ ਰੂਪ ਵਿੱਚ ਨਮਸਕਾਰ ਕਰ ਦੇਣਾ, ਫਤਿਹ ਬੁਲਾ ਦੇਣਾ ਗੁਪਤ ਰੂਪ ਵਿੱਚ। ਮੈਂ ਦਾਅਵੇ ਨਾਲ ਕਹਿੰਦਾ, ਉਹ ਤੁਹਾਡੀ ਬੁਲਾਈ ਹੋਈ ਫਤਿਹ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪ੍ਰਵਾਨ ਹੋਏਗੀ। ਸਿੱਖ ਦੀ ਐਸੀ ਭਾਵਨਾ, ਹੁਣ ਜੇ ਸਾਹਮਣੇ ਉਹ ਸਿੱਖ ਨਹੀਂ ਆ ਰਿਹਾ, ਕੋਲੋਂ ਲੰਘ ਗਏ ਆ, ਦੂਰ ਕਿਤੇ, ਸਾਧ ਸੰਗਤ ਜੀ, ਸਿੱਖ ਦੇ ਪ੍ਰਤੀ ਸਿੱਖ ਦੀ ਇਹ ਭਾਵਨਾ ਹੋਵੇ, ਕਿਸੇ ਦੇ ਦੀਦਾਰ ਹੋਣ, ਗੁਪਤ ਰੂਪ ਵਿੱਚ ਫਤਿਹ ਬੁਲਾ ਦਿਓ। ਨਹੀਂ ਸਮਾਂ ਕੋਲ ਜਾਣ ਦਾ, ਗੱਡੀ ਦੀ ਬ੍ਰੇਕ ਲਾਉਣ ਦਾ, ਸਤਿਗੁਰੂ ਕਲਗੀਧਰ ਪਾਤਸ਼ਾਹ ਬੜੇ ਪ੍ਰਸੰਨ ਹੋਣਗੇ। ਕੋਈ ਮੁਸਲਮਾਨ ਵੀਰ ਜਾ ਰਿਹਾ, ਮਸਤਕ ਤੇ ਕਾਲਾ ਨਿਸ਼ਾਨ ਹੈ, ਕਿਉਂਕਿ 5 ਵਕਤ ਦੇ ਨਮਾਜ਼ੀ ਦੀ ਨਿਸ਼ਾਨੀ ਜੇ, ਜਦੋਂ ਨਮਸਕਾਰ ਕਰਦੇ ਨੇ ਖੁਦਾ ਨੂੰ, ਮੱਥਾ ਧਰਤੀ ਤੇ ਲਾਉਂਦੇ ਨੇ, ਨਿਸ਼ਾਨ ਪੈ ਜਾਂਦਾ, ਇਹਨੂੰ ਆਖਦੇ ਨੇ ਸਜੂਦ ਦਾ ਨਿਸ਼ਾਨ। ਤੁਸੀਂ ਜਾਣਦੇ ਹੋ ਭਾਵੇਂ ਨਹੀਂ ਜਾਣਦੇ, ਗੁਪਤ ਰੂਪ ਵਿੱਚ ਉਸ ਨੂੰ ਸਲਾਮ ਅਲੈਕਮ ਕਹਿ ਦੇਣਾ, ਸਤਿ ਸ੍ਰੀ ਅਕਾਲ ਕਹਿ ਦੇਣਾ, ਆਪਣੀ ਭਾਸ਼ਾ 'ਚ ਫਤਿਹ ਬੁਲਾ ਦੇਣਾ। ਉਹ ਭਾਈ ਮਰਦਾਨਾ ਜੀ ਦੇ ਚਰਨਾਂ 'ਚ ਹਾਜ਼ਰੀ ਲੱਗੇਗੀ। ਅੱਜ ਮੇਰੇ ਗੁਰੂ ਨਾਨਕ ਸਾਹਿਬ ਕਹਿਣਗੇ, ਮੇਰੇ ਸਿੱਖ ਨੂੰ ਹੁਣ ਪਤਾ ਲੱਗਾ ਸਾਰੀ ਜ਼ਿੰਦਗੀ ਮੈਂ ਇੱਕ ਰਬਾਬੀ ਮਰਦਾਨਾ ਆਪਣੇ ਨਾਲ ਕਿਉਂ ਰੱਖਿਆ। ਭਰੋਸਾ ਰੱਖੋ ਆਪਣੇ ਗੁਰੂ ਤੇ, ਸ੍ਰੀ ਸਾਹਿਬ ਦੇ ਵਿੱਚੋਂ ਤੁਹਾਨੂੰ ਕਲਗੀਧਰ ਪਾਤਸ਼ਾਹ ਦੇ ਦੀਦਾਰ ਹੋਣ। ਸੱਚ ਜਾਣਨਾ, ਜਿਸ ਦਿਨ ਇਹ ਖੇਡ ਵਰਤ ਗਈ ਨਾ, ਅੱਜ ਸਾਡੇ ਪੰਥ ਦੇ 80% ਰੌਲੇ ਗੋਲੇ ਆਪੇ ਹੀ ਮੁੱਕ ਜਾਣਗੇ। ਸਮੇਂ ਦੀਆਂ ਸਰਕਾਰਾਂ ਨੇ ਰੌਲੇ ਕਿਤੇ ਘੱਟ ਪਾਏ ਨੇ। ਪਤਾ ਨਹੀਂ ਕਿੰਨੀ ਕੁ ਮਿਠਾਸ ਹੈ ਖਾਲਸੇ ਦੇ ਲਹੂ ਵਿੱਚ। ਹਰ ਇੱਕ ਸਰਕਾਰ ਨੇ, ਹਰ ਇੱਕ ਹਕੂਮਤ ਨੇ ਇਹਨੂੰ ਪੀਤਾ ਜ਼ਰੂਰ। ਭਾਵੇਂ ਅੰਗਰੇਜ਼ਾਂ ਦੀ ਗੱਲ ਕਰਾਂ, ਭਾਵੇਂ ਮੁਗਲਾਂ ਦੀ ਗੱਲ ਕਰਾਂ, ਭਾਵੇਂ ਗੱਲ ਕਰਾਂ 84 ਦੀ ਸਰਕਾਰ ਦੀ, ਤੇ ਭਾਵੇਂ ਅਜੋਕੇ ਸਮੇਂ ਦੀ ਸਰਕਾਰ ਦੀ, ਮਾਫ ਕਰਨਾ, ਸਾਰੀਆਂ ਹਕੂਮਤਾਂ ਖਾਲਸੇ ਦਾ ਰਤ ਪੀਣ ਦੇ ਲਈ ਸਦਾ ਬੇਬਲ ਨੇ। ਪਤਾ ਨਹੀਂ ਕਿੰਨੀ ਕੁ ਮਿਠਾਸ ਹੈ। ਅੱਜ ਦੇ ਦਿਹਾੜੇ ਕਦੇ ਇਤਿਹਾਸ ਪੜ੍ਹੋ ਨਾ, ਜਦੋਂ ਸਨ 1947 ਪੰਜਾਬ ਦੇ 2 ਟੋਟੇ ਹੋਏ ਨੇ, ਵੈਸੇ ਤਾਂ ਆਖਦੇ ਨੇ ਵੀ ਹਿੰਦੁਸਤਾਨ ਦੇ 2 ਟੋਟੇ ਨੇ, ਪਰ ਪੰਜਾਬ ਵੰਡਿਆ ਗਿਆ। ਜਦੋਂ ਪਾਕਿਸਤਾਨ ਬਣਿਆ, ਸਿੱਖਾਂ ਦੇ ਨਾਲ ਇਹਨਾਂ ਨੇ ਪ੍ਰੋਮਿਸ ਤਾਂ ਬੜੇ ਕੀਤੇ ਸਨ, ਤੁਹਾਨੂੰ ਆਹ ਵੀ ਦਿਆਂਗੇ, ਉਹ ਵੀ ਦਿਆਂਗੇ। ਸਾਡੇ ਲੀਡਰ ਬੜੇ ਭੋਲੇ ਸਨ, ਉਹਨਾਂ ਦੀ ਚੁੱਕ ਵਿੱਚ ਆ ਗਏ, ਮੰਨ ਗਏ। ਪਰ ਜਦੋਂ ਇਹਨਾਂ ਕੁਝ ਪੱਲੇ ਨਾ ਪਾਇਆ, ਤੇ ਪਾਕਿਸਤਾਨ ਬਣਨ ਤੋਂ ਕੁਝ ਸਮੇਂ ਬਾਅਦ ਹੀ ਪੰਜਾਬੀ ਸੂਬੇ ਦਾ ਰੌਲਾ ਪੈ ਗਿਆ ਸੀ। ਆਵਾਜ਼ ਜਿਹੜੀ ਸੀ ਉਹ ਉਸ ਸਮੇਂ ਪ੍ਰਬਲ ਹੋ ਚੁੱਕੀ ਸੀ। ਆਪਣੀ ਪੰਜਾਬੀ ਬੋਲੀ ਇਲਾਕਿਆਂ ਦੀ ਮੰਗ, ਮਾਫ ਕਰਨਾ, ਸਾਡਾ ਪੰਜਾਬ 47 ਤੋਂ ਬਾਅਦ ਵੀ 2 ਵਾਰੀ ਵੰਡਿਆ ਗਿਆ, ਪਰ ਸਾਡੀ ਕੋਈ ਮੰਗ ਪੂਰੀ ਨਹੀਂ ਹੋਈ। ਜਦੋਂ ਇਹ ਮੂਵਮੈਂਟ ਜ਼ੋਰਾਂ ਤੇ ਸੀ ਨਾ, ਤੇ ਉਸ ਸਮੇਂ ਖਾਲਸੇ ਨੇ ਬੜੀਆਂ ਗ੍ਰਿਫਤਾਰੀਆਂ ਦਿੱਤੀਆਂ, ਬੜੀਆਂ ਕੁਰਬਾਨੀਆਂ ਦਿੱਤੀਆਂ। ਅੱਜ ਦੇ ਦਿਹਾੜੇ 4 ਜੁਲਾਈ 1955 ਸਮੇਂ ਦੀ ਸਰਕਾਰ ਨੇ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਵਾੜ ਕੇ ਬੇਹਰਮਤੀ ਕਰਨ ਦਾ ਯਤਨ ਕੀਤਾ। ਅਸੀਂ ਕੇਵਲ 1984 ਦੀ ਗੱਲ ਕਰਦੇ ਹਾਂ। ਇਹਨਾਂ ਹਮਲਾਵਰਾਂ ਨੇ ਕਦੇ ਕੋਈ ਮੌਕਾ ਨਹੀਂ ਜੇ ਛੱਡਿਆ।
ਜਦੋਂ ਤੁਸੀਂ ਸੱਚ ਦੀ ਆਵਾਜ਼ ਨੂੰ ਪ੍ਰਬਲ ਕਰਨ ਦਾ ਯਤਨ ਕੀਤਾ ਹੈ, ਇਹਨਾਂ ਨੇ ਤੁਹਾਡੇ ਤੇ ਹਮਲੇ ਕੀਤੇ ਨੇ। ਅੱਜ ਦੇ ਦਿਹਾੜੇ ਹਰਮੰਦਰ ਸਾਹਿਬ ਦੇ ਵਿੱਚ ਪੁਲਿਸ ਵਾੜੀ ਗਈ 1955, ਤੇ ਮੈਂ ਇਸ ਗੱਲ ਦੀ ਵਧਾਈ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਨ੍ਹਾਂ ਨੇ ਆਪਣੇ ਇਹਨਾਂ ਇਤਿਹਾਸਕ ਦਿਹਾੜਿਆਂ ਨੂੰ ਕੇਵਲ ਯਾਦ ਨਹੀਂ ਰੱਖਿਆ, ਸਗੋਂ ਸਾਰੇ ਸੰਸਾਰ ਦੇ ਵਿੱਚ ਇਹਦਾ ਪ੍ਰਚਾਰ ਵੀ ਕਰ ਰਹੇ ਨੇ। ਇਹ ਜਾਣ ਕੇ ਖੁਸ਼ੀ ਹੋਈ, ਪਰਸੋਂ ਦਿਹਾੜੇ ਇਸੇ ਅਸਥਾਨ ਤੇ ਮੰਜੀ ਸਾਹਿਬ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ, ਤੇ ਅੱਜ ਦੇ ਦਿਹਾੜੇ ਆ ਦੀਵਾਨ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਵੀ ਹੋਣੀ ਹੈ, ਤੇ ਦੀਵਾਨ ਵੀ ਸਜਣੇ ਨੇ ਉਹਨਾਂ ਯੋਧਿਆਂ ਦੀ ਯਾਦ ਦੇ ਵਿੱਚ, ਜਿਨ੍ਹਾਂ ਡਾਂਗਾਂ ਵੀ ਖਾਧੀਆਂ, ਜਿਨ੍ਹਾਂ ਜੇਲ੍ਹਾਂ ਵੀ ਕੱਟੀਆਂ, ਜਿਨ੍ਹਾਂ ਸਰੀਰ ਤੇ ਕਸ਼ਟ ਝੱਲੇ ਪਰ ਕੌਮ ਦੀ ਚੜ੍ਹਦੀ ਕਲਾ ਲਈ ਸਦਾ ਤਿਆਰ ਬਰ ਤਿਆਰ ਹੋ ਕੇ ਵਿਚਰੇ। ਇਹ ਪੰਜਾਬੀ ਸੂਬੇ ਦਾ ਮੋਰਚਾ ਕਈ ਵਰ੍ਹਿਆਂ ਤੱਕ ਚੱਲਿਆ, ਹਜ਼ਾਰਾਂ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੈਨੂੰ ਇਸ ਗੱਲ ਦਾ ਮਾਣ ਹੈ, ਗੁਰੂ ਰਾਮਦਾਸ ਦੇ ਚਰਨਾਂ 'ਚ ਬੈਠ ਕੇ ਕਹਿ ਰਿਹਾ ਕਿ ਦਾਸ ਦੇ ਪਿਤਾ ਜੀ ਨੇ ਵੀ ਉਸ ਸਮੇਂ ਇਸ ਮੂਵਮੈਂਟ ਦੇ ਵਿੱਚ ਜੇਲ੍ਹਾਂ ਕੱਟੀਆਂ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੀਵਾਨ ਸਜਣੇ ਨੇ, ਉਹਨਾਂ ਦੀ ਪ੍ਰੇਮ ਵਾਲਿਆਂ ਦੀ ਯਾਦ ਦੇ ਵਿੱਚ। ਤੇ ਇੱਕ ਬੇਨਤੀ ਕਰਾਂ, ਜਿੱਥੇ ਤੱਕ ਆਵਾਜ਼ ਜਾ ਰਹੀ ਹੈ ਨਾ, ਆਪਣੇ ਨਿਤਨੇਮ ਤੋਂ ਇਲਾਵਾ ਇੱਕ ਜਪਜੀ ਸਾਹਿਬ ਦਾ ਪਾਠ ਉਹਨਾਂ ਯੋਧਿਆਂ ਦੇ ਲਈ, ਉਹਨਾਂ ਬਲੀਆਂ ਦੇ ਲਈ, ਜਿਨ੍ਹਾਂ ਨੇ ਸਦਾ ਕੌਮ ਦਾ ਆਵਾਜ਼ਾ ਬੁਲੰਦ ਕੀਤਾ, ਆਪਣੇ ਨਿਤਨੇਮ ਤੋਂ ਇਲਾਵਾ ਇੱਕ ਇੱਕ ਪਾਠ ਕਰਕੇ ਅੱਜ ਅਰਦਾਸ ਕਰਿਓ। ਮੈਂ ਦਾਅਵੇ ਨਾਲ ਕਹਿਣਾ, ਤੁਹਾਡੀ ਘਰ ਕੀਤੀ ਹੋਈ ਅਰਦਾਸ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਪਹੁੰਚੇਗੀ, ਤੇ ਆਪਣੇ ਆਪ ਨੂੰ ਪੰਥ ਦੇ ਲੇਖੇ ਲਾਉਣ ਦੇ ਲਈ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਅਸਾਂ ਰਾਜਾਦਿਆਂ ਦੇ ਨਾਲ ਆਡੇ ਨਹੀਂ ਲੈਣੇ, ਅਸਾਂ ਸੱਚ ਦੇ ਮਾਰਗ ਤੇ ਟੁਰਦੇ ਹਾਂ, ਧਰਮ ਦੀ ਰੱਖਿਆ ਖਾਤਰ, ਧਰਮ ਦੀ ਬੁਲੰਦੀ ਖਾਤਰ ਅਸਾਂ ਸੱਚ ਦੇ ਮਾਰਗ ਤੇ ਟੁਰਦੇ ਹਾਂ, ਝੂਠ ਦਾ ਟਾਕਰਾ ਕਰਨਾ। ਬਾਬੇ ਨਾਨਕ ਨੇ ਸਾਨੂੰ ਇਹੋ ਤਾਂ ਪਿਰਤ ਪਾਈ ਹੈ ਨਾ। ਸਤਿਗੁਰੂ ਗਰੀਬ ਨਿਵਾਸ ਕਿਰਪਾ ਕਰਨ, ਹਰ ਇੱਕ ਸਿੱਖ ਗੁਰਬਾਣੀ ਦਾ ਨਿਤਨੇਮੀ, ਕਲਗੀਧਰ ਪਾਤਸ਼ਾਹ ਦੇ ਦਰਸਾਏ ਹੋਏ ਮਾਰਗ ਤੇ ਤੁਰਨ ਵਾਲਾ ਹੋਵੇ, ਤਾਂ ਜੇ ਗੁਰੂ ਦੀ ਖੁਸ਼ੀਆਂ ਦਾ ਪਾਤਰ ਬਣਿਆ ਜਾ ਸਕੇ। ਅਚਰਜ ਕਿਛ ਕਹਿਨ ਨ ਜਾਈ, ਬਸਤ ਅਗੋਚਰ ਭਾਈ। ਇਸ ਪਾਵਨ ਸ਼ਬਦ ਦਾ, ਇਹ ਰਹਾਉ ਦਾ ਬੰਦ, ਸਮੁੱਚੇ ਸ਼ਬਦ ਦਾ ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦਾ ਤੱਤ ਸਾਰ ਮੇਰੇ ਪਿਤਾ ਜੀ ਫਰਮਾਉਂਦੇ ਨੇ, ਅਚਰਜ ਕਿਛ ਕਹਿਣ ਨਾ ਜਾਈ। ਪਰਮੇਸ਼ਵਰ ਨੇ ਜੋ ਨਾਮ ਦੀਆਂ ਦਾਤਾਂ ਜਗਤ ਦੇ ਵਿੱਚ ਵਰਤਾਈਆਂ ਨੇ ਨਾ, ਜੋ ਇਸ ਦਾਤ ਦੇ ਪਾਤਰ ਬਣੇ ਨੇ, ਅਸੀਂ ਆਉਨੇ ਆ, ਮੱਥਾ ਟੇਕਨੇ ਆ, ਅਰਦਾਸਾਂ ਕਰਨੇ ਆ। ਮਾਫ ਕਰਨਾ, ਤੁਸੀਂ ਸਾਰੇ ਭਲੇ ਹੋ, ਮੈਂ ਆਪਣੀ ਗੱਲ ਕਰਾਂ, ਅਸੀਂ ਬਹੁਤੇ ਜਿਹੜੇ ਆ ਕੇਵਲ ਮੰਗਣ ਆਉਨੇ ਆ, ਮੰਨਣ ਤਾਂ ਕੋਈ ਵਿਰਲਾ ਹੀ ਆਉਂਦਾ। ਸਤਿਗੁਰੂ ਫਰਮਾਉਂਦੇ ਨੇ, ਇਹ ਜਿਹੜਾ ਅਚਰਜ ਹੈ, ਇਹ ਜਿਹੜੀ ਅਵਸਥਾ ਹੈ, ਇਹ ਕਹਿਣ ਤੇ ਕਥਨ ਤੋਂ ਬਾਹਰ ਹੈ। ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਭਾਈ। हे ਭਾਈ, ਜਿਨ੍ਹਾਂ ਨੇ ਜੀਵਨ ਵਿੱਚ ਇਸ ਰਸ ਨੂੰ ਪ੍ਰਾਪਤ ਕੀਤਾ ਨਾ, ਉਹ ਇਸ ਦਾ ਮੁੱਲ ਨਹੀਂ ਪਾ ਸਕਦਾ। ਸੰਸਾਰ ਦੇ ਵਿੱਚ ਜਦੋਂ ਵੀ ਕੋਈ ਸ਼ੈ ਖਰੀਦਣੀ ਹੋਵੇ, ਕੋਈ ਵਸਤ ਪ੍ਰਾਪਤ ਕਰਨੀ ਹੋਵੇ ਨਾ, ਤੇ ਉਸ ਨੂੰ ਗਿਣਨ ਦੇ 3 ਢੰਗ ਨੇ। ਜੇ ਧਰਤੀ ਲੈਣੀ ਹੋਵੇ ਤੇ ਧਰਤੀ ਕਿਵੇਂ ਲਓਗੇ? ਤੋਲ ਕੇ ਤੇ ਨਹੀਂ ਨਾ ਲਓਗੇ। ਕੋਈ ਜ਼ਮੀਨ ਦਾ ਟੁਕੜਾ ਖਰੀਦਣਾ ਹੋਵੇ, ਕਿਵੇਂ ਖਰੀਦੋਗੇ? ਗਿਣ ਕੇ, ਮਿਣ ਕੇ, ਗਿਣਤੀ ਕਰਕੇ, ਮਿਣਤੀ ਕਰਕੇ ਲਓਗੇ ਨਾ।
ਉਹਦੀ ਲੰਬਾਈ ਚੌੜਾਈ ਨਾਪ ਕੇ। ਕੋਈ ਬਸਤਰ ਲੈਣਾ ਹੋਵੇ, ਬਸਤਰ ਤੋਲ ਕੇ ਨਹੀਂ ਮਿਲਦਾ, ਗਿਣ ਕੇ ਮਿਣ ਕੇ। ਕੋਈ ਪਦਾਰਥ ਛਕਣ ਵਾਲਾ, ਕੋਈ ਫਰੂਟ ਲੈਣਾ ਹੋਵੇ, ਸਬਜ਼ੀ ਲੈਣੀ ਹੋਵੇ, ਤੋਲ ਕੇ ਮੋਲ ਕੇ, ਗਿਣ ਕੇ ਮਿਣ ਕੇ, ਤੋਲ ਕੇ ਮੋਲ ਕੇ। ਇਸੇ ਤਰ੍ਹਾਂ ਸੰਸਾਰ ਦੇ ਜਿੰਨੇ ਪਦਾਰਥ ਨੇ ਉਹ ਕਿਸੇ ਨਾ ਕਿਸੇ ਰੂਪ ਵਿੱਚ, ਕਿਸੇ ਨਾ ਕਿਸੇ ਕੰਟਰੋਲ ਦੇ ਵਿੱਚ ਨੇ। ਗਿਣਤੀ ਦੇ ਕੰਟਰੋਲ ਵਿੱਚ ਨੇ, ਮਿਣਤੀ ਦੇ ਕੰਟਰੋਲ ਵਿੱਚ ਨੇ, ਤੋਲ ਦੇ ਕੰਟਰੋਲ ਵਿੱਚ ਨੇ। ਕੋਈ ਸਿਆਣਾ ਬੰਦਾ ਕਿਸੇ ਡਿਪਾਰਟਮੈਂਟਲ ਸਟੋਰ ਤੇ ਜਾਂਦਾ ਨਾ, ਜੇ ਕੋਈ ਖਾਣ ਵਾਲਾ ਪਦਾਰਥ ਲੈਣਾ ਹੋਵੇ, ਅੱਜ ਕੱਲ੍ਹ ਹਰ ਚੀਜ਼ ਡੱਬਾ ਪੈਕਿੰਗ ਮਿਲਦੀ ਹੈ। ਸਿਆਣਾ ਬੰਦਾ ਸਭ ਤੋਂ ਪਹਿਲਾਂ ਉਸ ਡੱਬੇ ਤੇ 3 ਚੀਜ਼ਾਂ ਵੇਖਦਾ। ਪਹਿਲਾਂ ਵੇਖਦਾ ਰੇਟ, ਉਸ ਦੀ MRP ਕੀ ਹੈ, ਉਹਦਾ ਪਦਾਰਥ ਦਾ ਮੁੱਲ ਕੀ ਹੈ। ਫਿਰ ਦੂਜਾ ਵੇਖਦਾ ਵੇਟ, ਕਿ ਜਿੰਨਾ ਉਸ ਦੇ ਲਈ ਮੈਂ ਪੇ ਕਰ ਰਿਹਾ, ਮਾਇਆ ਦੇ ਰਿਹਾ, ਕਿ ਉਨਾ ਵੇਟ ਇਹਦਾ ਹੈ। 3 ਚੀਜ਼ਾਂ ਵੇਖਦੇ ਹੋ ਨਾ, ਰੇਟ, ਵੇਟ ਤੇ ਤੀਜਾ ਵੇਖਦੇ ਹੋ ਡੇਟ, ਕਿਤੇ ਐਕਸਪਾਇਰ ਤੇ ਨਹੀਂ ਹੋਈ। 3 ਚੀਜ਼ਾਂ ਹੀ ਵੇਖਦੇ ਹੋ। ਜੇ ਐਕਸਪਾਇਰ ਹੋਵੇ, ਭਾਵੇਂ ਕੋਈ ਫ੍ਰੀ ਵੀ ਦੇਵੇ, ਅਸੀਂ ਲੈਣ ਤੋਂ ਇਨਕਾਰ ਕਰ ਦਿੰਦੇ ਆ। ਪਰ ਜਿਹੜਾ ਗੁਰ ਸ਼ਬਦ ਹੈ ਨਾ, ਅਚਰਜ ਕਿਛ ਕਹਿਣ ਨਾ ਜਾਈ, ਨਾ ਇਹਦਾ ਕੋਈ ਮੁੱਲ ਹੈ, ਕੋਈ ਰੇਟ ਹੈ, ਨਾ ਇਹਦੀ ਕੋਈ ਐਕਸਪਾਇਰੀ ਡੇਟ ਹੈ, ਤੇ ਨਾ ਇਹਦਾ ਕਿਸੇ ਮਿਣਤੀ ਵਿੱਚ ਕੋਈ ਵੇਟ ਹੈ। ਇਹ ਤੇ ਅਥਾਹ ਹੈ, ਅਤੋਲ ਹੈ। ਇਹ ਬਖਸ਼ਿਸ਼ਾਂ ਦਾ ਸੋਮਾ ਕੈਸਾ ਹੈ, ਨਾ ਰੇਟ ਦੇ ਦਾਇਰੇ ਵਿੱਚ ਹੈ, ਨਾ ਡੇਟ ਦੇ ਦਾਇਰੇ ਵਿੱਚ ਹੈ, ਤੇ ਨਾ ਵੇਟ ਦੇ ਦਾਇਰੇ ਵਿੱਚ ਹੈ। ਇਹਦਾ ਦਾਇਰਾ ਅਸੀਮ ਹੈ। ਸਤਿਗੁਰੂ ਫਰਮਾਉਂਦੇ ਨੇ, ਅਚਰਜ ਕਿਛ ਕਹਿਣ ਨਾ ਜਾਈ, ਬਸਤ ਅਗੋਚਰ ਭਾਈ। ਹੈ ਭਾਈ, ਇਹ ਵਸਤੂ, ਇਹ ਪਦਾਰਥ, ਇਹ ਜੋ ਨਾਮ ਹੈ, ਇਹ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਣਾ ਹੈ। ਇਸ ਦਾ ਸੰਸਾਰ ਦੇ ਵਿੱਚ ਕੋਈ ਮੁੱਲ ਨਹੀਂ ਪਾ ਸਕਦਾ। ਰਹਾਉ ਮੋਲ ਨਾਹੀ ਕਛ ਕਰਨ ਜੋਗਾ, ਕਿਆ ਕੋ ਕਹਿ ਸੁਨਾਵੈ। ਭਲਾ ਕਿਸੇ ਮਨੁੱਖ ਦੀ ਰਸਨਾ ਇਸ ਅਮਲੀਕ ਬਖਸ਼ਿਸ਼ ਦੀ ਕਿਵੇਂ ਵਿਆਖਿਆ ਕਰ ਸਕਦੀ ਹੈ, ਕਿਵੇਂ ਕੋਈ ਸਮਝਾ ਸਕਦਾ ਹੈ। ਮੋਲ ਨਾਹੀ ਕਛ ਕਰਨੈ ਜੋਗਾ, ਕਿਆ ਕੋ ਕਹਿ ਸੁਣਾਵੇ। ਜੇ ਇਹਦਾ ਮੋਲ ਹੀ ਕੋਈ ਨਹੀਂ, ਅਨਮੋਲ ਦਾਤ ਹੈ, ਤੇ ਮਿਲੀ ਕਿਹਦੇ ਕੋਲੋਂ ਹੈ? ਹਰ ਆਪ ਅਮੁੱਲਕ ਹੈ। ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟਹੋਂ, ਰਹੇ ਲੋਕ ਵਿਲ ਲਾਏ। ਉਸ ਅਮਲੀਕ ਦਾਤੇ ਤੋਂ ਜਿਹਦਾ ਆਪਣਾ ਕੋਈ ਮੁੱਲ ਨਹੀਂ, ਉਹਦੇ ਨਾਮ ਦੀ, ਉਹਦੀ ਸੋਭਾ ਵਡਿਆਈ ਦਾ ਵੀ ਕੋਈ ਮੁੱਲ ਨਹੀਂ, ਸਗੋਂ ਉਹ ਇੰਨਾ ਵੱਡਾ ਹੈ, ਐਸਾ ਗਰੀਬ ਨਿਵਾਜ਼ ਹੈ। ਗੁਰੂ ਨਾਨਕ ਸਾਹਿਬ ਨੂੰ ਪਛਾਣਿਓ ਕੌਣ ਨੇ? ਰੱਬ ਦਾ ਰੂਪ ਨੇ ਨਾ। ਕੈਸੇ ਨੇ? ਗੁਰੂ ਨਾਨਕ ਦੀ ਸੋਭਾ ਤੇ ਕਿਸੇ ਨੇ ਕੀ ਕਰਨੀ ਹੈ, ਮਾਫ ਕਰਨਾ। ਗੁਰੂ ਨਾਨਕ ਨੂੰ ਜਿਨ੍ਹਾਂ ਨੇ ਗਾਵਿਆ ਉਹ ਪੂਜਣਯੋਗ ਹੋ ਗਏ। ਗੁਰੂ ਨਾਨਕ ਦੀ ਜਿਨ੍ਹਾਂ ਨੇ ਵਿਚਾਰ ਕੀਤੀ ਉਹ ਪੂਜਣਯੋਗ ਹੋ ਗਏ। ਗੁਰੂ ਨਾਨਕ ਦੇ ਸੰਬੰਧਿਤ ਕਿਸੇ ਨੇ ਲਿਖਿਆ, ਕਿਸੇ ਨੇ ਪੜ੍ਹਿਆ, ਉਹ ਸਾਰੇ ਪੂਜਣਯੋਗ ਹੋ ਗਏ। ਗੁਰੂ ਨਾਨਕ ਆਪ ਕਿੰਨਾ ਵੱਡਾ ਹੋਏਗਾ। ਗੁਰੂ ਨਾਨਕ ਕੈਸਾ ਬਾ ਕਮਾਲ, ਉੱਚੀ ਹੂੰ ਉੱਚਾ, ਸੂਚੀ ਹੂੰ ਸੂਚਾ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ ਨਾ ਜਾਏ। ਉਹ ਕੌਣ ਹੈ? ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ। ਉਹ ਸਰਬੱਤ ਜੀਵਾਂ ਨੂੰ ਪਾਲਣ ਵਾਲਾ ਮਾਲਕ ਸੋਹਣਾ ਰੱਬ, ਉਸ ਦੀ ਵਡਿਆਈ ਕਹਿਣ ਤੇ ਕਥਨ ਤੋਂ ਬਾਹਰ ਹੈ। ਕਥਨ ਕਹਿਨ ਕੋ ਸੋਜੀ ਨਾਹੀ, ਜੋ ਪੇਖੈ ਤਿਸ ਬਨ ਆਵੈ। ਜਿੰਨਾ ਕੋ ਕਿਸੇ ਨੇ ਡਿੱਠਾ, ਉਹਨਾਂ ਕੀ ਉਹਨੇ ਸਮਝਿਆ, ਉਹ ਕਹਿਣ ਤੇ ਕਥਨ ਤੋਂ ਬਾਹਰ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਬਚਨ ਕਰਕੇ ਫਰਮਾਇਆ ਨਾ, ਆਪ ਆਪਨੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਵਿਦ ਸਜਾ ਪ੍ਰਥਮ ਸੰਸਾਰਾ। हे ਮਾਲਕ ਰੱਬ ਜੀ, ਪ੍ਰਮਾਤਮਾ ਵਾਹਿਗੁਰੂ ਜੀ, ਤੁਹਾਡਾ ਪਸਾਰਾ ਬੇਅੰਤ ਹੈ, ਕੋਈ ਨਾ ਜਾਣੈ ਤੇਰਾ ਕੇਤਾ ਕੇਵਟ ਚੀਰਾ। ਜਿੰਨਾ ਕੋ ਕਿਸੇ ਨੂੰ ਸਮਝ ਆਈ ਹੈ, ਸੋਝੀ ਆਈ ਹੈ, ਉਹਨੇ ਆਪਣੀ ਮਤ ਦੇ ਅਨੁਸਾਰ
ਤੈਨੂੰ ਬਖਿਆਨ ਕੀਤਾ ਹੈ, ਪਰਮਾਤਮਾ ਦਾ ਨਾਂ ਅਮਲੀਕ ਹੈ। ਟਿਕਦਾ ਕਿਵੇਂ ਹੈ? ਹੁਣ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕੋ ਵਿਚਾਰ, ਨਾਮ ਜਪੋ। ਹਰ ਥਾਂ ਤੇ ਇੱਕੋ ਉਪਦੇਸ਼, ਨਾਮ ਦੀ ਕਮਾਈ ਕਰੋ। ਸਾਡੇ ਅੰਦਰ ਟਿਕਿਆ ਕਿਉਂ ਨਹੀਂ? ਜਿਹੜੇ ਤੁਹਾਡੇ ਵਿੱਚੋਂ ਬਸਤਰ ਸਿਉਣ ਦਾ ਚੱਜ ਜਾਣਦੇ ਨੇ ਨਾ, ਜਿਹੜੇ ਟੇਲਰ ਨੇ, ਜਾਂ ਸਾਡੀਆਂ ਭੈਣਾਂ ਘਰ ਦੇ ਵਿੱਚ ਸਿਲਾਈ ਕਢਾਈ ਕਰ ਲੈਂਦੀਆਂ ਨੇ, ਤੁਸੀਂ ਭਾਵੇਂ ਰੇਸ਼ਮੀ ਧਾਗੇ ਦੀ ਰੀਲ ਮਸ਼ੀਨ ਤੇ ਲਾ ਦਿਓ, ਕੱਪੜਾ ਵੀ ਬੇਸ਼ਕੀਮਤੀ ਹੋਵੇ, ਤੇ ਤੁਸੀਂ ਮਸ਼ੀਨ ਚਲਾਣੀ ਵੀ ਜਾਣਦੇ ਹੋ, ਸਿਲਾਈ ਕਰਨੀ ਵੀ ਜਾਣਦੇ ਹੋ, ਜਦੋਂ ਤੱਕ ਤੁਸੀਂ ਉਸ ਮਸ਼ੀਨ ਦੇ ਹੇਠਾਂ ਫਿਰਕੀ ਦਾ ਧਾਗਾ ਨਹੀਂ ਨਾ ਲਾਓਗੇ, ਕਦੀ ਵੀ ਉਹ ਸਿਲਾਈ ਮਜ਼ਬੂਤ ਨਹੀਂ ਹੋਏਗੀ। ਨਾਮ ਹੈ ਰੀਲ ਦਾ ਧਾਗਾ, ਜੋ ਅਸੀਂ ਰਸਨਾ ਨਾਲ ਜਪਣਾ ਨਜ਼ਰ ਆਉਂਦਾ, ਪਰ ਜਿਹੜੀ ਭਾਵਨਾ ਹੈ ਨਾ, ਭਾਵਨਾ ਨਾਮ ਨੂੰ ਟਿਕਾਉਣ ਦੇ ਲਈ ਜਿਹੜੀ ਦਾਤ ਹੈ, ਉਹ ਹੈ ਫਿਰਕੀ ਦਾ ਧਾਗਾ। ਉਹ ਅੰਦਰੋਂ ਕੰਮ ਕਰੇਗੀ। ਜਦੋਂ ਭਾਵਨਾ ਬਣੇਗੀ, ਨਾਮ ਸਹਿਜ ਸੁਭਾਏ ਰਸਨਾ ਤੇ ਆਏਗਾ, ਹਿਰਦੇ ਵਿੱਚ ਟਿਕੇਗਾ, ਤੇ ਜਦੋਂ ਹਿਰਦੇ ਵਿੱਚ ਟਿਕ ਗਿਆ, ਖੇਡ ਬਣ ਜਾਏਗੀ। ਸੋਈ ਜਾਣੈ ਕਰਨੈ ਹਾਰਾ, ਕੀਤਾ ਕਿਆ ਵਿਚਾਰਾ। ਉਹ ਸੋਹਣਾ ਰੱਬ ਹੀ ਜੋ ਕਰਨ ਕਾਰਨ ਸਮਰੱਥ ਹੈ, ਜਿਸ ਨੇ ਸਾਰੇ ਸੰਸਾਰ ਦੀ ਖੇਡ ਰਚੀ ਏ, ਕੇਵਲ ਉਹ ਇਸ ਭੇਤ ਨੂੰ ਜਾਣਦਾ ਹੈ। ਉਸ ਰੱਬ ਦਾ ਸਾਜਿਆ ਹੋਇਆ ਮਨੁੱਖ ਜੀਵ ਭਲਾ ਉਸ ਸੋਹਣੇ ਰੱਬ ਦੀ ਖੇਡ ਨੂੰ ਕੀ ਜਾਣੇ। ਆਪਣੀ ਗਤ ਮਿਤ ਆਪੇ ਜਾਣੈ, ਹਰ ਆਪੇ ਪੂਰ ਭੰਡਾਰਾ। ਆਪਣੀ ਖੇਡ ਉਹ ਸੋਹਣਾ ਰੱਬ ਪਰਮਾਤਮਾ ਆਪ ਹੀ ਜਾਣਦਾ ਹੈ। ਜੈਸੇ ਉਹਨੇ ਖੇਡ ਵਰਤਾਏ ਨੇ ਸੰਸਾਰ ਦੇ ਵਿੱਚ, ਜਿਹੜੇ ਨਾਮ ਦੇ ਭੰਡਾਰ ਉਹਨੇ ਜਗਤ ਵਿੱਚ ਵਰਤਾਏ ਨੇ, ਇਸ ਸਾਰੀ ਵਡਿਆਈ ਨੂੰ ਕੇਵਲ ਆਪ ਹੀ ਜਾਣਦਾ ਹੈ। ਐਸਾ ਰਸ ਅੰਮ੍ਰਿਤ ਮਨ ਚਾਖਿਆ, ਤ੍ਰਿਪਤ ਰਹੇ ਆਗਾਈ। ਗੁਰ ਪਰਮੇਸ਼ਵਰ ਨੇ ਸਾਨੂੰ ਜੋ ਮਾਰਗ ਦ੍ਰਿਸ਼ਟ ਕਰਾਇਆ, ਜਿਸ ਮਾਰਗ ਤੇ ਤੋਰਿਆ, ਉਹ ਐਸਾ ਅੰਮ੍ਰਿਤ ਰਸ ਹੈ, ਉਹ ਜਨਮਾਂ ਜਨਮਾਂ ਦੀ ਭੁੱਖ ਨੂੰ ਮੁਕਾ ਦਿੰਦਾ। ਬੰਦਾ ਸਵੇਰੇ ਪ੍ਰਸ਼ਾਦਾ ਛਕਦਾ, 2-3 ਘੰਟਿਆਂ ਬਾਅਦ ਫੇਰ ਸਰੀਰ ਕਿਸੇ ਪਦਾਰਥ ਦੀ ਮੰਗ ਕਰਦਾ। ਦਿਨ ਦੇ ਵਿੱਚ ਕਈ ਵੇਰਾਂ ਇਹ ਦਿਨ ਰਾਤ ਇਹ ਪ੍ਰਯੋਜਨ ਚੱਲਦੇ ਨੇ। ਅੱਜ ਛਕਿਆ, ਕੱਲ ਫੇਰ ਤਿਆਰੀ, ਸਵੇਰੇ ਦੁਪਹਿਰਾ ਸ਼ਾਮ। ਪਰ ਸਤਿਗੁਰੂ ਫਰਮਾਉਂਦੇ ਨੇ, ਜਿਨ੍ਹਾਂ ਨੇ ਇਹ ਨਾਮ ਦਾ ਅੰਮ੍ਰਿਤ ਗੁਰੂ ਦੀ ਕਿਰਪਾ ਦੇ ਨਾਲ ਛਕਿਆ, ਹਿਰਦੇ ਟਿਕਾ ਲਿਆ, ਇਸ ਦੀ ਕਮਾਈ ਕੀਤੀ ਏ, ਉਸ ਦੀ ਭੁੱਖ ਮਿਟ ਜਾਂਦੀ ਏ। ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸਰਨਾਈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਮੇਰੀ ਜੀਵਨ ਦੀ ਸਾਰੀਆਂ ਇੱਛਾਵਾਂ ਮੁੱਕ ਗਈਆਂ ਜਦੋਂ ਮੈਂ ਪੂਰੇ ਦੀ ਸ਼ਰਨ ਵਿੱਚ ਆਇਆ। ਤੱਦੈ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ। ਸਤਿਗੁਰੂ ਗਰੀਬ ਨਿਵਾਸ ਜਦੋਂ ਆਪਣੀ ਪ੍ਰਚਾਰ ਫੇਰੀ ਦੌਰਾਨ ਪਹਿਲੇ ਜਾਮੇ ਦੇ ਵਿੱਚ, ਜਦੋਂ ਤਾਪਤੀ ਨਦੀ ਦੇ ਕਿਨਾਰੇ ਹੁੰਦੇ ਹੋਏ, ਉਜੈਨ ਤੋਂ ਹੁੰਦਿਆਂ ਜਦੋਂ ਸਤਿਗੁਰੂ ਜੀ ਓਮਕਾਰੇਸ਼ਵਰ ਪਹੁੰਚੇ, ਤੇ ਉੱਥੇ ਬੜੇ ਮੰਦਰ ਸਨ ਧਰਮ ਦੇ ਨਾਂ ਤੇ, ਬੜੇ ਪੰਡਤ ਜੋਗੀ ਜਪੀ ਤਪੀ ਆਦਿਕ ਬੈਠੇ ਆਪਣੇ ਆਪਣੇ ਢੰਗ ਨਾਲ ਉਪਾਸਨਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਜਦੋਂ ਆਪਣੇ ਆਪਣੇ ਢੰਗ ਦੇ ਨਾਲ, ਕੋਈ ਰਿੱਧੀਆਂ ਸਿੱਧੀਆਂ ਵਿੱਚ ਖਚਤ ਹੋਇਆ, ਕੋਈ ਹੋਰ ਜੰਤਰਾਂ ਮੰਤਰਾਂ ਦੇ ਵਿੱਚ, ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸਮਝਾਉਣਾ ਕੀਤਾ। ਇਹ ਪਾਵਨ ਬਾਣੀ ਜੋ ਸਤਿਗੁਰਾਂ ਨੇ ਓੰਕਾਰੇਸ਼ਵਰ ਦੀ ਧਰਤੀ ਤੇ ਉਚਾਰਨ ਕੀਤੀ, ਦਖਣੀ ਓੰਕਾਰ, ਇਸ ਪਾਵਨ ਬਾਣੀ ਦਾ ਇਹ ਤੀਜਾ ਪਦਾ, ਧੱਦਾ ਧਰਮ ਧਰੇ ਧਰਮਾਤਪੁਰ, ਗੁਣਕਾਰੀ ਮਨ ਧੀਰਾ, ਕਿ ਹੇ ਪੰਡਤ, ਹੇ ਬ੍ਰਾਹਮਣ, ਹੇ ਜਗਤ ਜੀਵੋ, ਇਸ ਸੰਸਾਰ ਦੇ ਵਿੱਚ ਤੁਸੀਂ ਉਸ ਸੋਹਣੇ ਮਾਲਕ ਦੇ ਚਰਨਾਂ ਦੇ ਵਿੱਚ ਧਿਆਨ ਧਰੋ। ਤੁਸੀਂ ਜੋ ਧਰਮ ਦੇ ਨਾਂ ਤੇ ਇਹ ਪਖੰਡ ਕਰ ਰਹੇ ਹੋ, ਇਹਨਾਂ ਨੇ ਤੁਹਾਡੀ ਮੁਕਤੀ ਨਹੀਂ ਕਰਨੀ। ਕੇਵਲ ਹਿਰਦੇ ਨੂੰ ਧੀਰਜ ਜਿਹੜਾ ਹੈ, ਉਹ ਪਰਮਾਤਮਾ ਦੇ ਨਾਂ ਤੋਂ ਪ੍ਰਾਪਤ ਹੋਣਾ ਹੈ। ਤੱਦੈ ਧੂਲ ਪੜੈ ਮੁਖ ਮਸਤਕ, ਕੰਚਨ ਭਏ ਮਨੂਰਾ। ਜਿਨ੍ਹਾਂ ਬਖਸ਼ਿਆਂ ਹੋਇਆਂ ਦੇ ਮੁਖ ਤੇ
ਗੁਰੂ ਪਰਮੇਸ਼ਵਰ ਦੇ ਚਰਨਾਂ ਦੀ ਧੂੜ ਪੈਂਦੀ ਹੈ, ਭਾਵ ਗੁਰਸ਼ਬਦ ਦੀ ਵਿਚਾਰ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ, ਉਹ ਫਿਰ ਕੀਮਤੀ ਬੇਸ਼ਕੀਮਤੀ ਸੋਨੇ ਵਾਂਗ ਉਹ ਜਿਹੜੇ ਨੇ ਨਿਖਰ ਜਾਂਦੇ ਨੇ। ਜਿਹੜੀਆਂ ਜਨਮਾਂ ਜਨਮਾਂ ਦੀ ਹਿਰਦੇ ਵਿੱਚ ਮੈਲ ਲੱਗੀ ਏ ਇਹ ਸਾਫ਼ ਹੋ ਜਾਂਦੀ ਏ। ਧਨ ਧਰਨੀ ਤਰ ਆਪ ਅਜੋਨੀ, ਤੋਲ ਬੋਲ ਸਚ ਪੂਰਾ। ਉਹ परमात्मा जो करता है, जिसने सारी सृष्टि की खेड रचाई है, वो आप संपूर्ण है। आप सर्व कला संपूर्ण होंदियां उस दी कोई ਵੱਡੀ ਵਡਿਆਈ ਨੂੰ ਲੇਖੇ ਜੋਖੇ ਵਿੱਚ ਨਹੀਂ ਪਾ ਸਕਦਾ। ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ। ਉਸ ਸੋਹਣੇ ਦੀ ਕੀਮਤ, ਉਸ ਸੋਹਣੇ ਦੀ ਵਡਿਆਈ, ਉਸ ਸੋਹਣੇ ਦੀ ਕਿਰਤ ਜਾਂ ਤਾਂ ਕੇਵਲ ਉਹ ਆਪ ਜਾਣਦਾ ਹੈ ਜਾਂ ਗੁਰੂ ਪੂਰਾ ਜਾਣਦਾ ਹੈ। ਜੋ ਗੁਰੂ ਆਪ ਪਰਮੇਸ਼ਵਰ ਦਾ ਰੂਪ ਹੈ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਜਿਵੇਂ ਭਾਈ ਸਾਹਿਬ ਗੁਰਦਾਸ ਜੀ ਦਾ ਬਚਨ ਗੁਰੂ ਨਾਨਕ ਸਾਹਿਬ ਦੇ ਸਮਰੱਥ ਦੇ ਪਰਥਾਏ ਭਾਈ ਸਾਹਿਬ ਫਰਮਾਉਂਦੇ ਨੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ। ਰੋਮ ਰੋਮ ਦੇ ਵਿੱਚ ਵਸਿਆ ਉਹ ਪਰਮਾਤਮਾ ਹਰੀ ਵਾਹਿਗੁਰੂ, ਜਿਹਦੀ ਖੰਡਾਂ ਬ੍ਰਹਮੰਡਾਂ ਦੇ ਵਿੱਚ ਜੋਤ ਜਗਮਗ ਬਿਰਾਜਮਾਨ ਹੈ। ਜਦੋਂ ਉਸ ਨੇ ਧਰਤੀ ਦੇ ਜੀਵਾਂ ਦੇ ਧਰਮ ਦੇ ਨਾਂ ਤੇ, ਜਾਤ ਪਾਤ ਦੇ ਨਾਂ ਤੇ ਭਰਾ ਦੇ ਹੱਥੋਂ ਭਰਾ ਦਾ ਕਤਲ ਹੁੰਦਿਆਂ ਵੇਖਿਆ, ਉਸ ਸੋਹਣੇ ਰੱਬ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਤੇ ਆਣ ਧਰਤੀ ਤੇ ਪ੍ਰਗਟ ਹੋਇਆ। ਸੋ ਸੱਚੇ ਪਾਤਸ਼ਾਹ ਆਪ ਉਸ ਕਰਤੇ ਦੀਆਂ ਖੇਡਾਂ ਜਾਣਦੇ ਨੇ। ਕੋਈ ਮਨੁੱਖ ਭਾਵੇਂ ਜਿੰਨਾ ਵੀ ਸਿਆਣਾ ਹੋਣ ਦਾ ਦਾਵਾ ਕਰੇ, ਦੁਨਿਆਵੀ ਵਿਦਿਆ ਪ੍ਰਾਪਤ ਕਰਨ ਦਾ ਦਾਵਾ ਕਰੇ, ਪਰ ਉਸ ਸੋਹਣੇ ਦੀਆਂ ਵਡਿਆਈਆਂ ਨੂੰ ਨਹੀਂ ਜਾਣ ਸਕਦਾ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਅੱਜ ਦੇ ਪਾਵਨ ਦਿਹਾੜੇ ਜੋ ਆਪਣੇ ਮੁਬਾਰਕ ਬਚਨਾਂ ਦੇ ਰਾਹੀਂ ਜਗਤ ਜੀਵਾਂ ਨੂੰ ਨਿਹਾਲ ਕੀਤਾ ਹੈ, ਮੈਂ ਇੱਕ ਬੇਨਤੀ ਕਰਾਂ, ਜਿੰਨੇ ਵੀ ਜੀਵ ਨੇ, ਆਮ ਤੌਰ ਤੇ ਅਸੀਂ ਕਹਿ ਦਿੰਦੇ ਆ ਇਹ ਜੀ ਜੰਤ, ਜਿਹੜੇ ਜੰਤ ਨੇ ਇਹਨਾਂ ਦਾ ਅੰਤ ਹੈ, ਜਿਹੜੇ ਜੀ ਨੇ ਗੁਰੂ ਤੋਂ ਬਿਨਾਂ ਕੀ ਨੇ, ਤੇ ਜਿਹੜੇ ਪਰਮਾਨੰਦ ਹੈ ਨਾ, ਜਿਹੜਾ ਪਰਮਾਨੰਦ, ਉਹ ਪਰਮਾਨੰਦ ਰੱਬ ਦਾ ਨਾਂ ਹੈ। ਪਰਮਾਨੰਦ ਜਿਹੜਾ ਉਹ ਪਰਮਾਨੈਂਟ ਹੈ, ਉਹ ਸਦਾ ਥਿਰ ਰਹਿਣ ਵਾਲਾ ਹੈ। ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਇੰਨੇ ਕੁ ਬਚਨ ਪ੍ਰਵਾਨ ਕਰਨੇ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੀ ਬਖਸ਼ਿਸ਼ ਰਹਿਮਤ ਸਦਕਾ ਅੱਜ ਤਰਸ ਹੋਇਆ, ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਹੋਏ। ਬਹੁਤ ਸ਼ੁਕਰਗੁਜ਼ਾਰ ਹਾਂ ਸਿੰਘ ਸਾਹਿਬ ਜੀ ਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਨੇਜਮੈਂਟ ਦੇ ਸਾਰੇ ਵੀਰਾਂ ਭੈਣਾਂ ਦੇ, ਜਿਨ੍ਹਾਂ ਨੇ ਦਾਸ ਗਰੀਬ ਨੂੰ ਮਾਣ ਬਖਸ਼ਿਆ। ਅੱਜ ਤੁਹਾਡੀਆਂ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਬਾਣੀ ਦੀ ਵਿਚਾਰ ਕਰਦੇ ਹਾਂ, ਜਾਣੇ ਅਣਜਾਣੇ ਵਿੱਚ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਗੱਜ ਵੱਜ ਕੇ ਫਤਿਹ ਦੀ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨ ਧਰਨੀ ਤਰ ਆਪ ਅਜੋਨੀ, ਤੋਲ ਬੋਲ ਸਚ ਪੂਰਾ। ਕਰਤੇ ਕੀ ਮਿਤ ਕਰਤਾ ਜਾਣੈ, ਕੈ ਜਾਣੈ ਗੁਰ ਸੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।